श्री हर गोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम कृपाला, परम कृपाला। श्री गुरु गोबिंद सिंह विसाला। तरों तरा पर पुन पुन सीसा, पुन पुन सीसा। बंदों बार बार जगदीशा। जिसमें है अमृत ज्ञान है, माणक भगत बैराग। श्री गुरु ग्रंथ साहिब उदद बंदों कर अनुराग। सतगुर मम बेरी कटहो, निज बेरी परचार। एह बेरी होए भव सफल, बिन बेरी कर पार। एक अंकारा सतगुरु, तेह प्रसाद सच होए। वाहिगुरु जी की फतेह, बिघ्न विनाशन सोए। सतनाम श्री वाहिगुरु साहिब जीओ। सवैया छंद। भिन्न भिन्न पुन पंचों गुर की, निज बानी ते कीरत गाओ। होए निश कपट गर्भ को पर हर, सत संगत मह बौर समाओ। सुन हर खे जन अमृत बरखे, दुख दारिद उर सरब बिलाओ। श्री दुख भंजन मज्जन कीनो, सिमर नाम श्री गुर कर भाओ। भिन्न भिन्न पुन पंचों गुर की, निज बानी ते कीरत गाओ। सच्चे पातशाह गरीब नवाज, दीन दुनिया दे मालक, चबर छत्र तखत दे मालक, समरथ गुरु परतख गुरु, दीन दयाल कृपाल अंतरजामी, पूरन पार ब्रह्म परमेश्वर। वाहिगुरु अकाल पुरख जी दा सरगुण स्वरूप, धन धन सच्चे पातशाह दासां गरीबां सिखां सेवकां दे उत्ते सदा ही कृपा रखण वाले, दया करन वाले, रहमतां करन वाले, बख्शिशां करन वाले। धन धन अंतरजामी सच्चे पातशाह गरीब नवाज, धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार दे नाल सारियां संगतां दोवें हथ जोड़ के गज के कहो जी, धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु जी दी महान पवित्र पावन हाजरी विखे सुभाएमान संगत जी, आप जी बड़े ही प्यार नाल सतगुरु जी की हाजरी विच बैठ के गुरबाणी जी का रस भिन्ना कीर्तन सरवण कर रहे सी। कुछ समा लड़ीवार कथा धन गुरु अर्जन देव महाराज पंजवें पातशाह जी का पवित्र इतिहास आपां सरवण करना है। दोवें हाथ जोड़ के प्यार सत्कार सहित गज के फतेह बुलाओ जी। वाहिगुरु जी का खालसा, वाहिगुरु जी की फतेह। हजूर गरीब नवाज सच्चे पातशाह ने सारी संगत विच भाई लद्दा जी नूं धन धन कहा जी। गुरु अर्जन साहब कह रहे ने, महाराज कहण लगे लद्दा जी तुसीं धन च कहण लगे।
ਦੂਜਿਆਂ ਦਾ ਭਲਾ ਕਰਨ ਵਾਸਤੇ ਆਪਣੀ ਇੱਜ਼ਤ ਦੀ ਤੁਸੀਂ ਪਰਵਾਹ ਨਹੀਂ ਕੀਤੀ। ਭਾਈ ਲੱਦਾ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਐਸੇ ਬਚਨ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਨੇ ਕੀਤੇ। ਨਾਲ ਹੀ ਮਹਾਰਾਜ ਜੀ ਨੇ ਦੋ ਕੰਮ ਸ਼੍ਰੋਮਣੀ ਦੱਸੇ, ਇੱਕ ਵਾਹਿਗੁਰੂ ਜੀ ਦਾ ਨਾਮ ਜਪਣਾ, ਦੂਜਾ ਪਰਉਪਕਾਰ ਕਰਨਾ ਜੀ। ਦੋਵੇਂ ਕੰਮਾਂ ਵਿੱਚ ਮਨੁੱਖ ਨੂੰ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੁੰਦਾ ਹੈ। ਪਰਉਪਕਾਰ ਕਰਨਾ ਹੈ, ਆਪਣੇ ਭਲੇ ਦੀ ਇੱਛਾ ਨਹੀਂ ਰੱਖਣੀ ਜੀ। ਭਾਈ ਲੱਦਾ ਜੀ ਨੇ ਆਪਣੇ ਭਲੇ ਦੀ ਇੱਛਾ ਨਹੀਂ ਸੀ ਰੱਖੀ ਵੀ ਮੈਂ ਪਰਉਪਕਾਰ ਕਰਾਂਗਾ ਤੇ ਮੇਰਾ ਭਲਾ ਹੋਏਗਾ। ਨਹੀਂ, ਨਿਰਸਵਾਰਥ ਹੋ ਕੇ ਪਰਉਪਕਾਰ ਕਰਨਾ ਹੈ ਜੀ। ਵੇਖੋ ਜੀ, ਸੱਤਾ ਤੇ ਬਲਵੰਡੇ ਨੂੰ ਮਹਾਰਾਜ ਨੇ ਛੇਕਿਆ ਹੋਇਆ ਸੀਗਾ ਸੰਗਤ ਵਿੱਚੋਂ। ਭਾਈ ਸੱਤਾ ਤੇ ਬਲਵੰਡ ਜੀ ਬਖਸ਼ੇ ਜਾਣ, ਭਾਈ ਲੱਦਾ ਜੀ ਨੂੰ ਇਹਦੇ ਵਿੱਚ ਕੀ ਫਾਇਦਾ ਹੈਗਾ ਜੀ। ਭਾਈ ਲੱਦਾ ਜੀ ਨੇ ਨਿਰਸਵਾਰਥ ਹੋ ਕੇ ਪਰਉਪਕਾਰ ਕੀਤਾ। ਮਹਾਰਾਜ ਕਹਿਣ ਲੱਗੇ ਸਿੱਖੋ, ਭਾਈ ਲੱਦਾ ਜੀ ਮਹਾਨ ਪਰਉਪਕਾਰੀ ਨੇ, ਤੁਸੀਂ ਵੀ ਸਿਮਰਨ ਵੀ ਕਰਨਾ ਹੈ, ਪਰਉਪਕਾਰ ਵੀ ਕਰਨਾ ਹੈ। ਪਰਉਪਕਾਰ ਦਾ ਕਾਰਜ ਕੀਤਿਆਂ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੂੰ ਵੀ ਪਰਉਪਕਾਰੀ ਲਿਖਿਆ, ਪ੍ਰਭੂ ਨੂੰ ਵੀ ਪਰਉਪਕਾਰੀ ਲਿਖਿਆ। ਮੇਰਾ ਪ੍ਰਭ ਪਰਉਪਕਾਰੀ, ਹਰ ਨਾਮ ਦਿਆ ਗੁਰ ਪਰ ਉਪਕਾਰੀ, ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਸਤਿਗੁਰ ਕੀਨੋ ਪਰ ਉਪਕਾਰ, ਕਾਢ ਲੀਨ ਸਾਗਰ ਸੰਸਾਰ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣ ਕੇ ਗੁਰਸਿੱਖਾਂ ਦੇ ਮਨ ਵਿੱਚ ਬੜੀ ਭਾਵਨਾ ਬਣੀ ਹੈ, ਅਸੀਂ ਵੀ ਪਰਉਪਕਾਰ ਕਰਿਆ ਕਰਨਾ, ਅਸੀਂ ਵੀ ਨਾਮ ਜਪਿਆ ਕਰਨਾ। ਇਸੇ ਕਰਕੇ ਸਾਧ ਸੰਗਤ ਜੀ ਦਾਸ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਹੁੰਦਾ, ਸਿੱਖਾਂ ਦੀ ਕਥਾ ਜ਼ਰੂਰ ਸੁਣਨ ਦੀ। ਜਿਹੜੇ ਸਿੱਖ ਨੇ ਨਾ, ਆਪਾਂ ਸਾਰੇ ਸਿੱਖ ਹਾਂ ਜੀ, ਮਹਾਰਾਜ ਜੀ ਦੇ ਸਿੱਖਾਂ ਦੀ ਕਥਾ ਜ਼ਰੂਰ ਸੁਣੀਏ। ਕਿਉਂ? ਗੁਰਸਿੱਖਾਂ ਦੀ ਕਥਾ ਸੁਣਿਆ ਬਹੁਤ ਗੱਲਾਂ ਦੀ ਪ੍ਰਾਪਤੀ ਹੁੰਦੀ ਹੈ। ਸਾਡਾ ਜੀਵਨ ਵਿਕਾਰਾਂ ਨਾਲ ਭਰਿਆ ਪਿਆ, ਚਿੰਤਾਵਾਂ ਦੇ ਨਾਲ ਭਰਿਆ ਪਿਆ। ਕਮਾਈ ਵਾਲੇ, ਨੇਕ, ਨਿਮਰਤਾ ਵਾਲੇ ਪ੍ਰੇਮੀ ਗੁਰਸਿੱਖਾਂ ਦੀ ਜਦੋਂ ਕਥਾ ਸੁਣੀਏ, ਮਨ ਨੂੰ ਬਹੁਤ ਤਸੱਲੀ ਮਿਲਦੀ ਹੈ, ਮਨ ਨੂੰ ਬੜਾ ਧੀਰਜ ਪ੍ਰਾਪਤ ਹੁੰਦਾ ਹੈ, ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਸਿਮਰਨ ਦੀ ਮਹਿਮਾ ਕੀਤੀ, ਪਰਉਪਕਾਰ ਦੀ ਮਹਿਮਾ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੀ ਰਚਨਾ ਤੋਂ ਕੀਤੀ ਹੈ। ਸਿੱਖਾਂ ਦੇ ਮਨਾਂ ਵਿੱਚ ਪਰਉਪਕਾਰ ਕਰਨ ਦਾ ਸ਼ੌਂਕ ਪੈਦਾ ਹੋ ਗਿਆ ਜੀ। ਗੱਜ ਕੇ ਆਖੋ, ਪਰਉਪਕਾਰ ਕਰਨ ਦਾ ਸ਼ੌਂਕ ਪੈਦਾ ਹੋ ਗਿਆ। ਚੇਤਾ ਰੱਖਿਓ, ਆਪਣੇ ਲਈ ਕਮਾ ਕੇ ਆਪਣੇ ਉੱਤੇ ਲਾ ਲੈਣਾ ਵੱਡੀ ਗੱਲ ਨਹੀਂ ਹੈਗੀ। ਕਮਾਈ ਕਰਕੇ ਕਿਸੇ ਦੂਜੇ ਦਾ ਭਲਾ ਸੋਚਣਾ, ਇਹ ਬੜੀ ਵੱਡੀ ਗੱਲ ਹੈਗੀ ਹੈ ਜੀ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਸਾਡੇ ਸਾਰਿਆਂ 'ਤੇ ਕਿਰਪਾ ਕਰਨ। ਹੁਣ ਸੰਗਤ ਜੀ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਭਾਈ ਲੱਦਾ ਜੀ ਮਹਾਰਾਜ ਜੀ ਦੇ ਕੋਲੋਂ ਆਗਿਆ ਮੰਗ ਕੇ ਲਾਹੌਰ ਨੂੰ ਚੱਲੇ ਆ। ਮਹਾਰਾਜ ਸਾਹਿਬ ਜੀ ਨੇ ਆਗਿਆ ਦਿੱਤੀ। ਭਾਈ ਲੱਦਾ ਜੀ ਜਾਂਦੇ ਜਾਂਦੇ ਮਹਾਰਾਜ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਮੇਰੇ 'ਤੇ ਮਿਹਰ ਕਰਿਓ ਅਤੇ ਮੈਨੂੰ ਆਪਣਾ ਬਣਾ ਕੇ ਰੱਖਿਓ ਜੀ। ਕਮਾਲ ਦੀ ਗੱਲ ਹੈ, ਜਿਸ ਗੁਰਸਿੱਖ ਨੂੰ ਗੁਰੂ ਸਾਹਿਬ ਆਪਣੀ ਰਸਨਾ ਦੇ ਨਾਲ ਸਾਰੀ ਸੰਗਤ ਵਿੱਚ ਧੰਨ ਧੰਨ ਕਹਿ ਰਹੇ ਨੇ, ਉਹ ਗੁਰਸਿੱਖ ਫਿਰ ਵੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰ ਰਿਹਾ, ਸੱਚੇ ਪਾਤਸ਼ਾਹ ਕਿਰਪਾ ਕਰਿਓ ਅਤੇ ਮੈਨੂੰ ਆਪਣਾ ਬਣਾ ਕੇ ਰੱਖਿਓ। ਇਹਦਾ ਭਾਵ ਪਤਾ ਕੀ ਹੈ? ਸੰਗਤ ਦੀ ਅਰਦਾਸ ਬੇਨਤੀ ਸਿੱਖ ਨੂੰ ਕਰਦੇ ਹੀ ਰਹਿਣਾ ਚਾਹੀਦਾ ਹੈ ਜੀ। ਆਪਾਂ ਸਦਾ ਹੀ ਆਪਣੇ ਗੁਰੂ, ਆਪਣੇ ਮਾਲਕ, ਆਪਣੇ ਪਾਤਸ਼ਾਹ, ਆਪਣੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਰਿਹਾ ਕਰੀਏ। ਅਰਦਾਸ ਬੇਨਤੀ ਦੀ ਸਾਨੂੰ ਸਦਾ ਹੀ ਲੋੜ ਹੈਗੀ ਹੈ ਜੀ। ਭਾਈ ਲੱਦਾ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ ਅਤੇ ਮਹਾਰਾਜ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ। ਕਮਾਲ ਦੀ ਗੱਲ ਹੈ, ਜਿਹੜਾ ਸਿੱਖ ਦੂਜਿਆਂ ਨੂੰ ਗੁਰੂ ਜੀ ਦੇ ਚਰਨਾਂ ਨਾਲ ਜੋੜ ਰਿਹਾ, ਉਹ ਆਪਣੇ ਬਾਰੇ ਵੀ ਅਰਦਾਸ ਕਰ ਰਿਹਾ ਹੈ ਜੀ। ਹਰ ਸਿੱਖ ਅਰਦਾਸ ਕਰਿਆ ਕਰੇ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਖੁਸ਼ ਹੋਏ ਭਾਈ ਲੱਦਾ ਜੀ 'ਤੇ। ਭਾਈ ਲੱਦਾ ਜੀ ਨੂੰ ਮਹਾਰਾਜ ਨੇ ਬਖਸ਼ਿਸ਼ਾਂ ਦੇ ਨਾਲ ਲਾਹੌਰ ਨੂੰ ਤੋਰਿਆ। ਹਰਿਮੰਦਰ ਸਾਹਿਬ ਨਮਸਕਾਰ ਕਰਕੇ, ਦਰਸ਼ਨ ਕਰਕੇ ਭਾਈ ਲੱਦਾ ਜੀ ਲਾਹੌਰ ਗਏ ਹੈ। ਹੁਣ ਇੱਕ ਪ੍ਰੇਮੀ ਸਿੱਖ ਆਪਣੇ ਗੁਰੂ ਜੀ ਦੇ ਜਦੋਂ ਦਰਸ਼ਨ ਕਰਕੇ ਆਪਣੇ ਘਰ ਨੂੰ ਜਾਂਦਾ ਹੈ, ਤੇ ਉਹ ਕੀ ਕਰਦਾ ਹੈ, ਇਹ ਕਥਾ ਦੇ ਵਿੱਚ ਅੱਜ ਆਏਗਾ। ਬੜੇ ਪਿਆਰ ਨਾਲ ਸੁਣਨਾ ਹੈ, ਔਰ ਨਿਰਾ ਸੁਣਨਾ ਹੀ ਨਹੀਂ ਹੈ, ਕੋਸ਼ਿਸ਼ ਕਰਨੀ ਹੈ
ਅਸੀਂ ਵੀ ਇਹੋ ਜਿਹੇ ਸਿੱਖ ਬਣੀਏ ਸਾਰੇ। ਹੁਣ ਆਓ ਕਥਾ ਸੁਣੀਏ। ਸਭ ਸੰਗਤ ਪਿਆਰ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਧੰਨ ਜੀ ਧੰਨ ਸ੍ਰੀ ਮਹਾਰਾਜ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਲਾਪੁਰ ਕੋ ਗਮਨਿਓ ਔਰ ਹਰਖਤ, ਗੁਰ ਜਸ ਦੀਰਗ ਕਰਤ ਬਖਾਨ। ਭਾਈ ਲੱਦਾ ਜੀ ਗੁਰੂ ਜੀ ਦੇ ਪਿਆਰ ਵਿੱਚ ਰੰਗੇ ਹੋਏ, ਜਿਨ੍ਹਾਂ ਦੇ ਰੋਮ ਰੋਮ ਵਿੱਚ ਆਪਣੇ ਗੁਰੂ ਜੀ ਦਾ ਪ੍ਰੇਮ ਵਸਦਾ ਹੈ। ਭਾਈ ਲੱਦਾ ਜੀ ਲਾਹੌਰ ਜਾ ਰਹੇ ਹੈ। ਰਸਤੇ ਵਿੱਚ ਜਿਹਦੇ ਲਾਗੇ ਖਲੋਂਦੇ ਹੈ, ਗੁਰੂ ਜੀ ਦੀ ਸਿਫਤ ਕਰਦੇ ਹੈ ਜੀ, ਗੁਰੂ ਜੀ ਦੀ ਵਡਿਆਈ ਕਰਦੇ ਹੈ, ਗੁਰੂ ਜੀ ਦੀ ਸੋਭਾ ਕਰਦੇ ਹੈ। ਔਰ ਕਵੀ ਜੀ ਲਿਖਦੇ ਹੈ, ਗੁਰ ਜਸ ਦੀਰਗ ਕਰਤ ਬਖਾਨ। ਇਹ ਨਹੀਂ ਵੀ ਕੋਈ ਮਾੜੀ ਮੋਟੀ ਗੱਲ ਗੁਰੂ ਸਾਹਿਬ ਬਾਰੇ ਸੁਣਾ ਦਿੱਤੀ, ਨਹੀਂ, ਗੁਰੂ ਜੀ ਦਾ ਬਹੁਤਾ ਜਸ ਕਰਦੇ ਹੈ, ਬਹੁਤ ਜਸ ਕਰਦੇ ਹੈ। ਗੁਰੂ ਸਾਹਿਬ ਜੀ ਦੀਆਂ ਸਿਫਤਾਂ ਕਰਦੇ ਹੋਏ ਘਰ ਜਾ ਰਹੇ ਹੈ। ਹਾਂਜੀ। ਸਗਰੇ ਨਗਰ ਉਚਾਰਤ ਜਿਤ ਕਿਤ, ਨਿਜ ਸਿੱਖਨ ਪਰ ਕਰੁਣਾ ਠਾਨ। ਭਾਈ ਲੱਦਾ ਜੀ ਘਰ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਹਰ ਇੱਕ ਸਿੱਖ ਨੂੰ ਇਹੋ ਹੀ ਕਹਿੰਦੇ ਜਾਂਦੇ ਆ, ਭਾਈ ਸਿੱਖੋ ਪਿਆਰਿਓ, ਗੁਰੂ ਅਰਜਨ ਦੇਵ ਜੀ ਬਹੁਤ ਵੱਡੇ ਦਇਆਵਾਨ ਹਨ। ਮਹਾਰਾਜ ਆਪਣੇ ਸਿੱਖਾਂ ਉੱਤੇ ਬਹੁਤ ਕਿਰਪਾ ਕਰਦੇ ਹਨ, ਆਪਣੇ ਸਿੱਖਾਂ ਉੱਤੇ ਬਹੁਤ ਮਿਹਰ ਕਰਦੇ ਨੇ, ਬੜੇ ਮਿਹਰਬਾਨ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਭਾਈ ਲੱਦਾ ਜੀ ਇਹ ਜਸ ਕਰਦੇ ਹੋਏ ਜਾ ਰਹੇ ਨੇ। ਹਾਂਜੀ। ਇਤ ਸ਼੍ਰੀ ਅਰਜਨ ਰਚਤ ਗ੍ਰੰਥ ਨਿਤ, ਲਿਖਤ ਜਾਤ ਗੁਰਦਾਸ ਸੁਜਾਨ। ਉਧਰ ਗੁਰੂ ਅਰਜਨ ਦੇਵ ਮਹਾਰਾਜ ਇੱਕ ਬਨੇ, ਉਧਰ ਲਾਹੌਰ ਭਾਈ ਲੱਦਾ ਜੀ ਜਾ ਰਹੇ ਹੈ, ਇੱਧਰ ਗੁਰੂ ਅਰਜਨ ਦੇਵ ਮਹਾਰਾਜ। ਆਖੋ ਸਾਰੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੰਸਾਰ ਦਾ ਭਲਾ ਕਰਨ ਵਾਸਤੇ ਭਾਈ ਗੁਰਦਾਸ ਜੀ ਦੇ ਕੋਲੋਂ ਗ੍ਰੰਥ ਸਾਹਿਬ ਜੀ ਲਿਖਵਾ ਰਹੇ ਨੇ। ਹਾਂਜੀ। ਰਾਗ ਬਸੰਤ ਬਨਾਏ ਸ਼ਬਦ ਸਭ, ਮਹਾਰਾਜ ਨੇ ਬਸੰਤ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤੇ ਜੀ। ਬਸੰਤ ਰਾਗ ਹੁਣੇ ਹੀ ਸਾਧ ਸੰਗਤ ਜੀ ਸੰਪੂਰਨ ਹੋਇਆ। ਹੋਲੇ ਮਹੱਲੇ ਤੱਕ ਬਸੰਤ ਰਾਗ ਰਹਿੰਦਾ ਹੈ, ਲੋਹੜੀ ਤੋਂ ਲੈ ਕੇ ਹੋਲੇ ਮਹੱਲੇ ਤੱਕ ਜੀ। ਬਸੰਤ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਹਾਂਜੀ। ਲੱਗੇ ਵਾਰ ਕਰ ਬੇਸੁਖ ਦਾਨ, ਸੁੱਖਾਂ ਨੂੰ ਦੇਣ ਵਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਸੰਤ ਰਾਗ ਦੇ ਵਿੱਚ ਵਾਰ ਉਚਾਰਨ ਕਰਨ ਲੱਗੇ ਜੀ। ਇੱਕ ਵਾਰ ਤੁਸੀਂ ਸੁਣਦੇ ਹੋ ਨਾ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਕਰਮ ਲਖਮ ਤੈ ਪਾਈਐ ਇਹ ਰੁੱਤ। ਇਹ ਵਾਰ ਜੀ ਮਹਾਰਾਜ ਸੱਚੇ ਪਾਤਸ਼ਾਹ ਇਹ ਵਾਰ ਉਚਾਰਨ ਲੱਗੇ ਹਨ। ਹਾਂਜੀ। ਪੌੜੀ ਤੀਨ ਉਚਾਰਨ ਕੀਨੀ। ਜਦੋਂ ਮਹਾਰਾਜ ਨੇ 3 ਪੌੜੀਆਂ ਉਚਾਰਨ ਕਰ ਲਈਆਂ ਨਾ ਜੀ, 3 ਪੌੜੀਆਂ, ਇਹਦੀਆਂ 3 ਹੀ ਪੌੜੀਆਂ ਨੇ ਜੀ। ਹਾਂਜੀ। ਸੂਪਕਾਰ ਕਤਬ ਹੂੰ ਚੱਲ ਆਏ। ਲਾਂਗਰੀ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆਇਆ ਜੀ। ਗੱਜ ਕੇ ਆਖੋ ਲਾਂਗਰੀ ਸਿੱਖ ਮਹਾਰਾਜ ਜੀ ਦੇ ਕੋਲ ਚੱਲ ਕੇ ਆਇਆ ਬੜੇ ਪ੍ਰੇਮ ਨਾਲ। ਹਾਂਜੀ। ਪ੍ਰਭ ਜੀ ਭੋਜਨ ਤਿਆਰ ਅਬ ਹੈ। ਕਹਿਣ ਲੱਗਾ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਪ੍ਰਸ਼ਾਦਾ ਤਿਆਰ ਹੈ ਸੱਚੇ ਪਾਤਸ਼ਾਹ। ਹਾਂਜੀ। ਰਾਵਰ ਕੀ ਜਿਮ ਹੋਏ ਰਜਾਈ। ਜਿਵੇਂ ਆਪ ਜੀ ਦੀ ਖੁਸ਼ੀ ਹੋਵੇ, ਹੁਕਮ ਹੋਵੇ, ਮਹਾਰਾਜ ਜੇ ਹੁਕਮ ਹੋਵੇ ਪ੍ਰਸ਼ਾਦਾ ਲੈ ਕੇ ਆਵਾਂ। ਹਾਂਜੀ। ਹਿਤ ਆਹਾਰ ਕੇ ਆਦਰ ਕਰਬੇ। ਮਹਾਰਾਜ ਨੇ ਵੇਖਿਆ ਪ੍ਰਸ਼ਾਦਾ ਤਿਆਰ ਹੈ, ਅੰਨ ਦਾ ਸਤਿਕਾਰ ਵੀ ਬਹੁਤ ਜ਼ਰੂਰੀ ਹੈਗਾ ਜੀ। ਗੱਜ ਕੇ ਆਖੋ ਗੁਰਬਾਣੀ 'ਚ ਧੰਨ ਅਨਾਜ ਧੰਨ ਗੁਰਦੇਵ ਲਿਖਿਆ ਜੀ। ਜਿਹੜਾ ਸਿੱਖ ਅੰਨ ਦਾ ਸਤਿਕਾਰ ਨਹੀਂ ਕਰਦਾ
ਉਹ ਵੀ ਅਧੂਰਾ ਹੈ ਜੀ। ਚੇਤਾ ਰੱਖਿਓ, ਅੰਨ ਦਾ ਸਤਿਕਾਰ ਕਰਨ ਵਾਲਿਆਂ ਉੱਤੇ ਅੰਨ ਜਿਹੜਾ ਉਹ ਖੁਸ਼ ਰਹਿੰਦਾ ਹੈ ਜੀ। ਹਾਂਜੀ, ਇਸੇ ਕਰਕੇ ਗੁਰੂ ਘਰਾਂ ਵਿੱਚ ਲਿਖਿਆ ਹੁੰਦਾ ਨਾ, ਝੂਠ ਨਹੀਂ ਛੱਡਣੀ। ਝੂਠ ਛੱਡਣਾ ਪਾਪ ਹੈ। ਕਿਉਂ? ਅੰਨ ਦਾ ਸਤਿਕਾਰ ਹੈਗਾ ਜੀ। ਹਿੰਦੂ ਧਰਮ ਵਾਲੇ ਜਿਹੜੇ ਵੀਰ ਨੇ ਨਾ, ਅੰਨ ਨੂੰ ਭਗਵਾਨ ਕਹਿੰਦੇ ਹੈ ਜੀ। ਅੰਨ ਭਗਵਾਨ ਹੈ ਕਹਿਣ ਲੱਗੇ। ਮਹਾਰਾਜ ਨੇ ਵੇਖਿਆ ਵੀ ਲੰਗਰ ਆਇਆ, ਲੰਗਰ ਦੇ ਸਤਿਕਾਰ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਫਿਰ ਉੱਠ ਖਲੋਤੇ ਜੀ। ਹਾਂਜੀ, ਸ੍ਰੀ ਗੁਰ ਹਟੇ ਨਾ ਬਹੁਰ ਬਨਾਏ। ਫਿਰ ਮਹਾਰਾਜ ਸ੍ਰੀ ਗੁਰ ਹਟੇ ਨਾ ਬਹੁਰ ਬਨਾਏ। ਮਹਾਰਾਜ ਹਟ ਗਏ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਅੱਗੋਂ ਫਿਰ ਵਾਰ ਨਹੀਂ ਉਚਾਰਨ ਕੀਤੀ। ਬਸ ਬਸੰਤ ਕੀ ਵਾਰ ਦੀਆਂ 3 ਹੀ ਪੌੜੀਆਂ ਨੇ ਜੀ। ਗੱਜ ਕੇ ਆਖੋ। ਗੁਰੂ ਕੇ ਕੀਰਤਨੀਏ ਕੀਰਤਨ ਦੇ ਸੰਪੂਰਨਤਾ ਉੱਤੇ ਪੜ੍ਹਦੇ ਆ। ਕਈ ਪਹਿਲਾਂ ਆਰੰਭਤਾ ਤੇ ਬਸੰਤ ਕੀ ਵਾਰ ਦਾ ਪੜ੍ਹਦੇ ਆ। ਬਹੁਤ ਵਧੀਆ, ਤੁਹਾਨੂੰ ਯਾਦ ਹੋਏਗੀ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਦਿਨ ਰਹਿਣ ਨਾਮ ਧਿਆਇਂਦਾ। ਫਿਰ ਪਾਏ ਨਾ ਮੋਆ, ਜਿਸ ਤੇ ਉਪਜਿਆ ਨਾਨਕਾ। ਹਾਂ, ਕਿਥਾਂ ਉਪਜੇ ਕਹਿ ਰਹਾ, ਕਹਿ ਮਾਏ ਸਮਾਵੈ। ਜੀ ਜਮਤ ਸਭ ਖਸਮ ਕੇ, ਕੌਣ ਕੀਮਤ ਪਾਵੈ। ਕਹਿਣ ਧਿਆਨ ਸੁਣਨ ਨਿਤ, ਸੇ ਭਗਤ ਸੁਹਾਵੈ। ਅਗਮ ਅਗੋਚਰ ਸਾਹਿਬੋ, ਦੂਸਰ ਲਵੈ ਨਾ ਲਾਵੈ। ਸੱਚ ਪੂਰੇ ਗੁਰ ਉਪਦੇਸਿਆ, ਨਾਨਕ ਸੁਣਾਵੈ। ਇੰਨਾ ਹੈ ਬਸੰਤ ਕੀ ਵਾਰ ਦਾ ਪਾਠ ਜੀ। ਤੇ ਜਦੋਂ ਬਸੰਤ ਰਾਗ ਦਾ ਸਮਾਂ ਚੱਲਦਾ ਹੈ ਨਾ, ਮਾਘ ਦੇ ਮਹੀਨੇ ਤੋਂ ਗੁਰਸਿੱਖ ਬਸੰਤ ਕੀ ਵਾਰ ਦੇ ਬੇਅੰਤ ਪਾਠ ਕਰਦੇ ਆ ਜੀ। ਇਸ ਬਾਣੀ ਦਾ ਜਾਪ ਕਰਦੇ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਸੰਤ ਕੀ ਵਾਰ ਦੀਆਂ ਫਿਰ 3 ਪੌੜੀਆਂ ਹੀ ਰਹਿਣ ਦਿੱਤੀਆਂ ਜੀ। ਹਾਂਜੀ, ਅਚਿਓ ਅਨਾਏ ਤ੍ਰਿਪਤ ਤਬ ਹੋਇ ਕਰ। ਹਜੂਰ ਮਹਾਰਾਜ ਨੇ ਲਿਆਂਦਾ ਹੋਇਆ ਪ੍ਰਸ਼ਾਦਾ ਐ ਤ੍ਰਿਪਤ ਹੋ ਕੇ ਛਕਿਆ। ਨਿਜ ਸੰਗਤ ਮਹਿ ਇਹ ਬਦਤਾਏ। ਤੇ ਸੰਗਤ ਵਿੱਚ ਇਹੋ ਗੱਲ ਹੀ ਪ੍ਰਚਲਿਤ ਹੈ ਵੀ 3 ਪੌੜੀਆਂ ਤੋਂ ਬਾਅਦ ਪ੍ਰਸ਼ਾਦਾ ਆ ਗਿਆ। ਲੰਗਰ ਦਾ ਸਤਿਕਾਰ ਰੱਖਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਹੀ ਭੋਗ ਪਾ ਦਿੱਤਾ। ਚੇਤਾ ਰੱਖਿਓ, ਲੰਗਰ ਦਾ ਸਤਿਕਾਰ ਬਹੁਤ ਸ੍ਰੇਸ਼ਟ ਹੈ। ਗੱਜ ਕੇ ਆਖੋ, ਅੰਨ ਦਾ ਸਤਿਕਾਰ ਬਹੁਤ ਸ੍ਰੇਸ਼ਟ ਹੈ। ਮੈਂ ਖੁਦ ਆਪਣੇ ਆਪ ਵੇਖਿਆ ਜੀ। ਗੁਰਮੁਖਾਂ ਮਹਾਂਪੁਰਖਾਂ ਰੱਬ ਦੇ ਪਿਆਰਿਆਂ ਨੂੰ, ਸਿਆਣਿਆਂ ਨੂੰ ਉਹ ਸੰਗਤ ਜੀ ਅੰਨ ਡਿੱਗਿਆ ਹੁੰਦਾ ਸੀ ਨਾ, ਕਿਤੇ ਪ੍ਰਸ਼ਾਦਾ ਡਿੱਗਿਆ, ਉਹਨੂੰ ਉਸੇ ਵੇਲੇ ਚੁੱਕ ਕੇ ਉੱਚੀ ਥਾਂ ਤੇ ਰੱਖਦੇ ਸੀਗੇ ਜੀ। ਹੁਣ ਅਸੀਂ ਕਦੀ ਆਪਣੇ ਬੱਚਿਆਂ ਨੂੰ ਵੀ ਨਹੀਂ ਇਹ ਗੱਲਾਂ ਸਿਖਾਈਆਂ ਜੀ ਵੀ ਭਾਈ ਪ੍ਰਸ਼ਾਦਾ ਧਰਤੀ ਤੇ ਡਿੱਗਿਆ ਪਿਆ, ਇਹਨੂੰ ਚੁੱਕ ਕੇ ਉੱਚੀ ਥਾਂ ਤੇ ਰੱਖਣਾ। ਉਵੇਂ ਹੀ ਸਾਰੇ ਤੁਰੀ ਜਾਂਦੇ ਜੀ। ਘਰ ਵਿੱਚ 4 ਜੀਆਂ ਨੇ ਹੇਠਾਂ ਬੈਠ ਕੇ ਪ੍ਰਸ਼ਾਦਾ ਛਕਣਾ। ਅੰਨ ਦੇ ਦਾਣੇ ਧਰਤੀ ਤੇ ਡਿੱਗੇ ਹੋਣੇ, ਝਾੜੂ ਨਾ ਮਾਰਨਾ ਜੀ ਉਹਨਾਂ ਨੇ ਜੀ। ਉਹਨਾਂ ਕਹਿਣਾ ਨਾ, ਜਾਨਵਰ ਚੁਗ ਲੈਣਗੇ, ਅੰਨ ਤੇ ਝਾੜੂ ਨਹੀਂ ਫੇਰੀ ਦਾ ਕਹਿਣ ਲੱਗੇ। ਇਹ ਇੱਕ ਵਹਿਮ ਭਰਮ ਨਹੀਂ ਹੈ ਸੰਗਤ ਦੀ, ਇਹ ਅੰਨ ਦਾ ਸਤਿਕਾਰ ਸੀਗਾ ਜੀ। ਕੱਜ ਕੇ ਆਖੋ। ਸੋ ਮਹਾਰਾਜ ਨੇ ਇਹ ਕਰਕੇ ਵਿਖਾਇਆ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਤਿਤਨੀ ਰਹੀ ਨਾ ਬਹੁਰ ਬਨਾਈ। ਓਨੀ ਬਾਣੀ ਰਹੀ ਜੀ। ਫਿਰ ਅੱਗੇ ਮਹਾਰਾਜ ਨੇ ਬਸੰਤ ਕੀ ਵਾਰ ਨਹੀਂ ਉਚਾਰਨ ਕੀਤੀ ਜੀ। ਹਾਂਜੀ, ਅਪਰ ਖਿਆਲ ਮਹਿਗੇ ਬਿਰਮਾਏ। ਕਿਉਂ? ਫਿਰ ਉਹ ਜੋ ਧੁਰ ਕੀ ਬਾਣੀ ਆ ਰਹੀ ਹੈ, ਖਿਆਲ ਬਦਲ ਗਏ। ਮਹਾਰਾਜ ਨੇ ਫਿਰ ਉੱਥੇ ਹੀ ਬਾਣੀ ਦਾ ਭੋਗ ਪਾਇਆ ਜੀ ਬਸੰਤ ਕੀ ਵਾਰ ਦਾ। ਹਾਂਜੀ, ਸਤੇ ਆਰ ਬਲਵੰਡ ਕਥਾ ਕੋ। ਹਾਂਜੀ, ਕੇਤਿਕ ਸਿੱਖ ਕਹੈ ਇਸ ਭਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਸੰਗਤ ਜੀ, ਸੱਤਾ ਤੇ ਬਲਵੰਡ ਜੀ ਦੀ ਕਥਾ ਬਾਰੇ ਕੁਝ ਸਿੱਖ ਇੰਝ ਵੀ ਲਿਖਦੇ ਆ, ਕਹਿੰਦੇ ਆ। ਹਾਂਜੀ, ਸ੍ਰੀ ਗੁਰ ਅਮਰ ਹਦੂਰ ਭਏ ਹੈ। ਹਾਂਜੀ, ਤਿਨਹੁ ਨਿਕਾਸੇ ਪੁਨਹੁ ਮਿਲਾਏ। ਉਹ ਕਹਿਣ ਲੱਗੇ, ਕਈ ਇਹ ਕਹਿੰਦੇ ਆ ਵੀ ਇਹ ਜਿਹੜੀ ਕਥਾ ਹੈ ਸੱਤੇ ਬਲਵੰਡੇ ਦੀ,
ਉਹ ਗੁਰੂ ਅਮਰਦਾਸ ਜੀ ਦੀ ਹਜ਼ੂਰੀ 'ਚ ਹੋਈ। ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਕੱਢਿਆ, ਪਰ ਸੋ ਮਿਥਿਆ ਇਮ ਲਖੀ ਜਾਤ ਹੈ। ਉਹ ਕਹਿਣ ਲੱਗੇ ਝੂਠੀ ਸਮਝੀ ਜਾਏਗੀ। ਕਿਉਂ? ਹਾਂਜੀ, ਨੀਕੇ ਨਿਰਣੇ ਕੀਨ ਬਣਾਏ। ਕਹਿੰਦੇ ਮੈਂ ਚੰਗੀ ਤਰ੍ਹਾਂ ਨਿਰਣਾ ਕੀਤਾ, ਸੱਤਾ ਤੇ ਬਲਵੰਡਾ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿੱਚ ਹੋਏ ਆ। ਹਾਂਜੀ, ਰਚੀ ਵਾਰ ਗੁਰ ਕੀਰਤ ਕੀਤਨ, ਹਾਂਜੀ। ਲਿਖੇ ਬੀਚ ਪੰਚੇ ਪਾਤਸ਼ਾਹ। ਜੇ ਉਹ ਗੁਰੂ ਅਮਰਦਾਸ ਜੀ ਦੇ ਸਮੇਂ ਹੁੰਦੇ ਤੇ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਦੀ ਸਿਫਤ ਕਿਵੇਂ ਲਿਖ ਦਿੱਤੀ ਉਹਨਾਂ ਨੇ? ਕਹਿੰਦੇ ਇੱਥੋਂ ਪਤਾ ਲੱਗਦਾ। ਹਾਂਜੀ, ਪ੍ਰਥਮ ਹੋਤੇ ਜੇ ਕਹਿਤ ਕਤੋ ਇਮ। ਜੇ ਉਹ ਪਹਿਲਾਂ ਸੀਗੇ ਤੇ ਬਾਅਦ ਵਾਲੇ ਗੁਰੂਆਂ ਬਾਰੇ ਉਹਨਾਂ ਨੇ ਕਿਵੇਂ ਲਿਖ ਦਿੱਤਾ? ਹਾਂਜੀ, ਜਾਂ ਤੇ ਸ਼੍ਰੀ ਅਰਜਨ ਕੇ ਪਾਹੇ। ਇਸ ਕਰਕੇ ਸੱਤਾ ਤੇ ਬਲਵੰਡਾ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਹੋਏ ਆ। ਹਾਂਜੀ, ਨਹੀਂ ਸੰਦੇਹ ਕੀਜੀਏ ਕੋਈ ਸਿੱਖ। ਕਹਿਣ ਲੱਗੇ ਨਹੀਂ ਸੰਦੇਹ ਕੀਜੀਏ ਕੋਈ ਸਿੱਖ। ਭਾਈ ਕੋਈ ਕਵੇ ਸੱਤਾ ਬਲਵੰਡਾ ਗੁਰੂ ਅਰਜਨ ਸਾਹਿਬ ਦੇ ਸਮੇਂ ਨਹੀਂ ਹੋਏ, ਸ਼ੱਕ ਨਾ ਕਰਿਓ। ਉਹਨੂੰ ਕਹਿਣ ਦਿਓ ਤੂੰ ਜੋ ਮਰਜ਼ੀ ਬੋਲੀ ਜਾ, ਸੱਤਾ ਬਲਵੰਡਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਏ ਆ। ਹਾਂਜੀ, ਵਿਚਾਰੋ ਨਿਜ ਮਨ ਮਾਹੇ। ਇਹ ਗੱਲ ਆਪਣੇ ਮਨ 'ਚ ਪੱਕੀ ਕਰ ਲੋ। ਕਹਿਣ ਲੱਗੇ ਹਾਂਜੀ, ਕਵ ਸੰਤੋਖ ਸਿੰਘ ਸਿਮਰੋ ਸਤਿਗੁਰ ਕਥਾ। ਕਹਿਣ ਲੱਗੇ ਕਬ ਸੰਤੋਖ ਸਿੰਘ ਸਿਮਰੋ ਸਤਿਗੁਰ। ਗੱਜ ਕੇ ਆਖੋ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸਾਧ ਸੰਗਤ ਜੀ ਸਦਾ ਹੀ ਗੁਰੂ ਅਰਜਨ ਦੇਵ ਜੀ ਨੂੰ ਚੇਤੇ ਕਰਦੇ ਰਿਹਾ ਕਰੋ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਦੇ ਰਿਹਾ ਕਰੋ। ਹਾਂਜੀ, ਕਥਾ ਸੁਨੋ ਚਿਤ ਉਚਟੋ ਨਾਹੇ। ਤੇ ਕਥਾ ਸੁਣੋ। ਕਹਿਣ ਲੱਗੇ ਕਥਾ ਸੁਣੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਰਾਜ ਗਰੀਬ ਨਵਾਜ ਬਹੁਤ ਕਿਰਪਾ ਕੀਤੀ ਦੁਨੀਆ ਤੇ। ਦੋ ਤੇ ਮਹਾਨ ਵਸਤੂਆਂ ਦਿੱਤੀਆਂ, ਇੱਕ ਹਰਮੰਦਰ ਸਾਹਿਬ, ਇੱਕ ਧੰਨ ਧੰਨ ਸੱਚਾ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਗੁਰੂ ਅਰਜਨ ਦੇਵ ਜੀ ਦੀ ਦੇਣ ਹੈ ਸਾਨੂੰ ਸਾਰਿਆਂ ਨੂੰ। ਹਾਂਜੀ, ਦੋਹਰਾ ਵਿਦਾ ਹੋਏ ਲੱਦਾ ਗਇਓ। ਕਹਿਣ ਲੱਗੇ ਭਾਈ ਲੱਦਾ ਜੀ ਵਿਦਾ ਹੋ ਕੇ ਜਦੋਂ ਲਾਹੌਰ ਨੂੰ ਗਏ ਜੀ। ਹਾਂਜੀ, ਪੁਰ ਲਾਹੌਰ ਕੀ ਓਰ। ਉਹ ਲਾਹੌਰ ਨੂੰ ਜਾ ਰਹੇ ਨੇ ਲੱਦਾ ਜੀ। ਲੋਕਾਂ ਦੇ ਮਨਾਂ ਵਿੱਚ ਭਾਈ ਲੱਦਾ ਜੀ ਦੇ ਪ੍ਰਤੀ ਸਤਿਕਾਰ ਵੱਧ ਗਿਆ, ਹੋਰ ਪ੍ਰੇਮ ਵੱਧ ਗਿਆ। ਹਾਂਜੀ, ਸਦਨ ਪ੍ਰਵੇਸ਼ ਜਾਏ ਕਰ। ਹਾਂਜੀ, ਮਿਲੇ ਸਿੱਖ ਕਰ ਜੋਰ। ਤੇ ਭਾਈ ਲੱਦਾ ਜੀ ਆਪਣੇ ਘਰ ਜਾ ਕੇ ਜਦੋਂ ਬੈਠੇ ਤੇ ਲਾਹੌਰ ਦੇ ਬੜੇ ਬੜੇ ਸਿੱਖ ਭਾਈ ਲੱਦਾ ਜੀ ਦੇ ਦਰਸ਼ਨ ਕਰਨ ਪਹੁੰਚ ਰਹੇ ਨੇ ਜੀ। ਕਿਉਂ ਪਹੁੰਚ ਰਹੇ ਆ? ਕਿਉਂਕਿ ਭਾਈ ਲੱਦਾ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਏ ਆ। ਹਾਂਜੀ, ਸਵਈਆ ਛੰਦ। ਕਰਹਿ ਪਰਸ ਪਰ ਨਮੋ ਭਾਉ ਧਰ। ਹੱਲਾ ਬੂਝੈ ਕੁਸ਼ਲ ਬਹੁਰ ਗੁਰ ਗਾਥ। ਤੇ ਸਾਧ ਸੰਗਤ ਜੀ ਫਿਰ ਨਾ ਬੜੇ ਪ੍ਰੇਮ ਨਾਲ ਪੁੱਛ ਰਹੇ ਆ, ਨਮਸਕਾਰ ਕਰਕੇ ਨਾ ਭਾਈ ਲੱਦਾ ਜੀ ਨੂੰ। ਕਹਿੰਦੇ ਗੁਰੂ ਸਾਹਿਬ ਬਾਰੇ ਸੁਣਾਓ ਕੁਛ। ਕਹਿੰਦੇ ਅਸੀਂ ਵੀ ਕੋਈ ਹਜੂਰ ਸਾਹਿਬੋਂ ਆਇਆ ਹੋਵੇ, ਕੋਈ ਆਨੰਦਪੁਰ ਸਾਹਿਬ ਤੋਂ ਆਇਆ ਹੋਵੇ। ਪੁਰਾਣੇ ਸਿੰਘ ਕਹਿੰਦੇ ਹੁੰਦੇ ਸੀਗੇ ਸੁਣਾ ਫਿਰ ਤੂੰ ਯਾਤਰਾ ਤੋਂ ਹੋ ਕੇ ਆਇਆ, ਭਾਈ ਕੋਈ ਗੱਲਬਾਤ ਹੀ ਸੁਣਾ। ਭਾਈ ਲੱਦਾ ਜੀ ਨੂੰ ਸੰਗਤਾਂ ਪੁੱਛਦੀਆਂ ਮਹਾਰਾਜ ਦੇ ਦਰਸ਼ਨ ਕਰਕੇ ਆਏ ਹੋ, ਸਾਨੂੰ ਕੋਈ ਗੱਲਬਾਤ ਸੁਣਾਓ, ਬਚਨ ਸੁਣਾਓ ਗੁਰੂ ਜੀ ਦਾ। ਹਾਂਜੀ, ਕਿਮ ਪਰ ਚਤ ਸਿੱਖਿਅਨ ਦੇ ਦਰਸ਼ਨ। ਕਿਵੇਂ ਮਹਾਰਾਜ ਗਰੀਬ ਨਵਾਜ ਆਪਣੇ ਸਿੱਖਾਂ ਨੂੰ ਦਰਸ਼ਨ ਦਿੰਦੇ ਨੇ। ਹਾਂਜੀ, ਕਿਸ ਥਲ ਬੈਠਤ ਹੈ ਜਗਨਾਥ। ਸਾਡੇ ਮਾਲਕ ਜਗਤ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਿਸ ਜਗ੍ਹਾ ਬੈਠ ਕੇ ਸਿੱਖਾਂ ਨੂੰ ਦਰਸ਼ਨ ਦਿੰਦੇ ਆ। ਹਾਂਜੀ, ਤੁਮ ਚੱਲ ਗਏ ਪ੍ਰਸੰਗ ਭਇਓ ਕਿਮ। ਤੁਸੀਂ ਗਏ ਸੀ ਸੱਤੇ ਤੇ ਬਲਵੰਡੇ ਨੂੰ ਬਖਸ਼ਾਉਣ ਵਾਸਤੇ, ਕੀ ਕੁਝ ਉੱਥੇ ਹੋਇਆ ਸਾਨੂੰ ਵੀ ਇਹ ਗੱਲ ਦੱਸੋ। ਕਿਉਂ ਪਹਿਲਾਂ ਖਬਰਾਂ ਨਹੀਂ ਸੀ ਨਾ ਜਾਂਦੀਆਂ ਜੀ, ਕੋਈ ਵਟਸਐਪ ਫੇਸਬੁੱਕ ਨਹੀਂ ਵੀ ਉਸੇ ਵੇਲੇ ਆ ਜੇ ਵੀ ਸੱਤੇ ਬਲਵੰਡੇ ਨੂੰ ਬਖਸ਼ ਦਿੱਤਾ ਮਹਾਰਾਜ ਨੇ ਜੀ। ਹਾਂਜੀ, ਉਦੋਂ ਤੇ ਇੰਝ ਹੀ ਹੁੰਦਾ ਸੀਗਾ ਜੀ, ਸੁਣ ਸੁਣ ਕੇ ਹੀ ਪਤਾ ਲੱਗਦਾ ਸੀਗਾ। ਹਾਂਜੀ, ਕਹਿਓ ਕਹਾ ਤਬ ਸ਼੍ਰੀ ਮੁਖ ਸਾਥ। ਤੇ ਮਹਾਰਾਜ ਨੇ ਤੁਹਾਨੂੰ ਕੀ ਆਖਿਆ? ਤੁਸੀਂ ਸੱਚੇ ਪਾਤਸ਼ਾਹ ਜੀ ਦੇ ਕੋਲ ਹੋ ਕੇ ਆਏ ਹੋ, ਮਹਾਰਾਜ ਨੇ ਤੁਹਾਨੂੰ ਕੀ ਆਖਿਆ? ਭਾਈ ਲੱਦਾ ਜੀ ਸਾਨੂੰ ਸਾਰੀ ਗੱਲ ਦੱਸੋ। ਹਾਂਜੀ,
ਕੌਣ ਬੇਸ ਤੇ ਮਿਲੇ ਪ੍ਰਥਮ ਗੁਰ। ਤੁਸੀਂ ਕਿਹੜਾ ਭੇਖ ਧਾਰਨ ਕਰਕੇ ਮਹਾਰਾਜ ਨੂੰ ਮਿਲੇ? ਗੁਰੂ ਸਾਹਿਬ ਨੇ ਅੱਗੋਂ ਤੁਹਾਨੂੰ ਕੀ ਕਿਹਾ? ਹਾਂਜੀ, ਹਾਥ ਜੋਰ ਜਬ ਟੇਕਿਓ ਮਾਥ। ਜਦੋਂ ਹੱਥ ਜੋੜ ਕੇ ਮੱਥਾ ਟੇਕਿਆ ਉਸੇ ਤਰ੍ਹਾਂ ਹੀ ਕਾਲਾ ਮੁਖ ਕੀਤਾ ਹੋਇਆ ਸੀ ਤੁਸੀਂ, ਉਸੇ ਤਰ੍ਹਾਂ ਹੀ ਗਧੇ ਤੇ ਬੈਠੇ ਸੀਗੇ। ਭਾਈ ਲੱਦਾ ਜੀ ਸਾਨੂੰ ਸਾਰੀ ਗੱਲ ਦੱਸੋ। ਹਾਂਜੀ, ਲੱਤੇ ਕਹਿਓ ਕਹਾਂ ਲੱਗ ਹੈ ਕਰ। ਗੱਜ ਕੇ ਆਖੋ। ਭਾਈ ਲੱਦਾ ਜੀ ਹੁਣ ਆਪਣੇ ਗੁਰੂ ਜੀ ਦੀਆਂ ਸਿਫਤਾਂ ਕਰਨ ਲੱਗੇ, ਬੜੇ ਧਿਆਨ ਨਾਲ ਸੁਣਿਓ। ਹੱਥ ਜੋੜੋ ਸਾਰੇ, ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਲੱਦੇ ਕਹਿਓ ਕਹਾਂ ਲੱਗ ਕਹਿ ਹੋ। ਭਾਈ ਲੱਦਾ ਜੀ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਕਿੱਥੋਂ ਕੁ ਤੱਕ ਤੁਹਾਨੂੰ ਆਖਾਂ ਕਹਿਣ ਲੱਗੇ। ਹਾਂਜੀ, ਸ਼੍ਰੀ ਅਰਜਨ ਕੇ ਗੁਰ ਬਿਸਥਾਰ। ਕਿਉਂ? ਗੁਰੂ ਅਰਜਨ ਦੇਵ ਜੀ ਦੇ ਬੜੇ ਹੀ ਗੁਣ ਨੇ। ਕਹਿਣ ਲੱਗੇ ਮੈਂ ਕਿਹੜਾ ਕਿਹੜਾ ਦੱਸਾਂ ਤੁਹਾਨੂੰ, ਕਿਹੜਾ ਕਿਹੜਾ ਦੱਸਾਂ। ਸ਼੍ਰੀ ਅਰਜਨ ਕੇ ਗੁਣ ਬਿਸਥਾਰ, ਕਿਹੜੇ ਕਿਹੜੇ ਗੁਣਾਂ ਦਾ ਵਰਣਨ ਕਰਾਂ। ਹਾਂਜੀ, ਏਕ ਜੀਹ ਕਿਆ ਬਪੁਰੀ ਸਮਰੱਥ। ਮੇਰੀ ਇੱਕ ਜੀਭ ਹੈ, ਤੇ ਆਪਣੀ ਜੀਭ ਨੂੰ ਵਿਚਾਰੀ ਕਹਿੰਦੇ। ਕਹਿੰਦੇ ਮੇਰੀ ਇੱਕ ਵਿਚਾਰੀ ਜੀਭ ਤੁਹਾਨੂੰ ਕੀ ਗੁਰੂ ਦੇ ਗੁਣ ਦੱਸ ਦੇਗੀ। ਕਹਿਣ ਲੱਗੇ ਹਾਂਜੀ, ਉਚਰੇ ਜਾਏ ਨਾ ਧਰੋ ਹਜ਼ਾਰ। ਮੈਂ ਹਜ਼ਾਰਾਂ ਜੀਭਾਂ ਵਾਲਾ ਵੀ ਹੋ ਜਾਵਾਂ ਨਾ। ਭਾਈ ਲੱਦਾ ਜੀ ਪ੍ਰੇਮੀਆਂ ਨੂੰ ਕਹਿੰਦੇ ਮੈਂ ਹਜ਼ਾਰਾਂ ਜੀਭਾਂ ਵਾਲਾ ਵੀ ਹੋ ਜਾਵਾਂ, ਧੰਨ ਗੁਰੂ ਅਰਜਨ ਦੇਵ ਜੀ ਦੇ ਸਾਰੇ ਗੁਣ ਨਹੀਂ ਦੱਸ ਸਕਦਾ ਤੁਹਾਨੂੰ। ਕਹਿਣ ਲੱਗੇ ਸੰਗਤ ਜੀ ਜਿੰਨੀ ਕੁ ਬੰਦੇ ਦੀ ਪਹੁੰਚ ਹੈ, ਜਿੰਨੀ ਕੁ ਬੰਦੇ ਦੀ ਬੁੱਧੀ ਹੈ, ਜਿੰਨੀ ਕੁ ਬੰਦੇ ਦੀ ਸਮਰੱਥਾ ਹੈ, ਬੰਦਾ ਆਪਣੀ ਸਮਰੱਥਾ ਦੇ ਅਨੁਸਾਰ ਗੱਲ ਕਰਦਾ ਹੈ। ਗੁਰੂ ਜੀ ਦੀ ਸਿਫਤ ਕਹੀ ਸੁਣੀ ਨਹੀਂ ਜਾ ਸਕਦੀ ਜੀ। ਕੱਲ ਵੀ ਮੈਂ ਦੱਸਿਆ, ਨਾ ਗਿਣੀ ਜਾ ਸਕਦੀ, ਨਾ ਮਾਪੀ ਜਾ ਸਕਦੀ, ਨਾ ਤੋਲੀ ਜਾ ਸਕਦੀ ਜੀ। ਕਹਿਣ ਲੱਗੇ ਮੇਰੀ ਇੱਕ ਛੱਡ ਕੇ ਹਜ਼ਾਰਾਂ ਜੀਭਾਂ ਵੀ ਹੋ ਜਾਣ ਨਾ, ਮੈਂ ਧੰਨ ਗੁਰੂ ਅਰਜਨ ਦੇਵ ਜੀ ਦੀਆਂ ਸਿਫਤਾਂ ਨਹੀਂ ਤੁਹਾਨੂੰ ਦੱਸ ਸਕਦਾ ਸਾਰੀਆਂ। ਹਾਂਜੀ, ਨੀਰਦ ਸੇ ਗੰਭੀਰ ਧਰ ਧਰ। ਕਹਿਣ ਲੱਗੇ ਮਹਾਰਾਜ ਸਮੁੰਦਰ ਵਰਗੇ ਗੰਭੀਰ ਨੇ ਜੀ। ਹੁਣ ਸਮੁੰਦਰ ਉੱਤੋਂ ਸ਼ਾਂਤ ਲੱਗਦਾ, ਹਾਂਜੀ, ਵਿੱਚ ਕਿੰਨਾ ਕੁਝ ਹੈਗਾ ਜੀ ਉਹਦੇ ਜੀ। ਉੱਤੋਂ ਬੰਦਾ ਅੰਦਾਜ਼ਾ ਨਹੀਂ ਲਾ ਸਕਦਾ ਵੀ ਵਿੱਚ ਕੀ ਕੀ ਹੈਗਾ। ਵਿੱਚ ਉਤਰੇਗਾ ਪਤਾ ਲੱਗੇਗਾ ਵੀ ਸਮੁੰਦਰ ਦੇ ਵਿੱਚ ਕੀ ਕੀ ਮਿਲਿਆ ਹੋਇਆ ਹੈ ਜੀ। ਕਹਿਣ ਲੱਗੇ ਮਹਾਰਾਜ ਸਮੁੰਦਰ ਵਰਗੇ ਗੰਭੀਰ ਨੇ, ਬਹੁਤ ਸ਼ਾਂਤ, ਪਰ ਅੰਦਰ ਗੋਣੀ ਗੁਣ, ਗੋਣੀ ਗੁਣ, ਗੋਣੀ ਗੁਣ ਉਹਨਾਂ ਦੇ। ਹਾਂਜੀ, ਸਦਾ ਸੁਸ਼ੀਲ ਛਬੀਲੇ ਚਾਰ। ਸਦਾ ਸੁਸ਼ੀਲ ਛਬੀਲੇ ਚਾਰ, ਸਦਾ ਸੁਸ਼ੀਲ ਨੇ। ਬੋਲੀ ਵਧੀਆ ਮਹਾਰਾਜ ਦੀ, ਬੋਲਦੇ ਬਹੁਤ ਮਿੱਠਾ। ਦੱਸਿਆ ਵੀ ਮਹਾਰਾਜ ਮੈਨੂੰ ਕਹਿਣ ਲੱਗੇ ਲੱਦਿਆ ਜੇ ਤੂੰ ਨਾ ਖੋਤੇ ਤੇ ਚੜ ਕੇ ਆਉਂਦਾ ਉਂਝ ਹੀ ਕਹਿ ਦਿੰਦਾ, ਅਸੀਂ ਉਂਝ ਵੀ ਬਖਸ਼ ਦੇਣਾ ਸੀਗਾ। ਮਹਾਰਾਜ ਦੀ ਬੋਲੀ ਬਹੁਤ ਵਧੀਆ। ਫਿਰ ਛਬੀਲਾ ਹੁੰਦਾ ਸੁੰਦਰ ਸਰੂਪ, ਚਾਰ ਬਹੁਤ ਜ਼ਿਆਦਾ। ਮਹਾਰਾਜ ਜੀ ਦਾ ਸਰੂਪ ਵੀ ਬੜਾ ਸੋਹਣਾ। ਕਹਿਣ ਲੱਗੇ ਹਾਂਜੀ, ਕਰਤ ਉਦਾਰਨ ਨਰਨ ਹਜ਼ਾਰ। ਕਹਿੰਦੇ ਮੈਂ ਵੇਖ ਕੇ ਆਇਆ ਗੁਰੂ ਅਰਜਨ ਦੇਵ ਮਹਾਰਾਜ ਹਜ਼ਾਰਾਂ ਮਨੁੱਖਾਂ ਦਾ ਉਧਾਰ ਕਰ ਰਹੇ ਹੈ, ਹਜ਼ਾਰਾਂ ਦਾ ਭਲਾ ਹੋ ਰਿਹਾ ਉਹਨਾਂ ਦੀ ਹਜ਼ੂਰੀ ਵਿੱਚ ਆ ਕੇ। ਹਾਂਜੀ, ਇਹ ਤੋਂ ਸਦਾ ਵਰਤ ਵਿਵਹਾਰ। ਇਹ ਤੋਂ ਸਦਾ ਵਰਤ ਵਿਵਹਾਰ। ਕਹਿਣ ਲੱਗੇ ਇਹ ਤੇ ਸਦਾ ਵਰਤ ਹੀ ਹੈ ਮਹਾਰਾਜ ਦਾ। ਉਹਨਾਂ ਦੀ ਹਜ਼ੂਰੀ ਵਿੱਚ ਸਦਾ ਬਰਕਤਾਂ ਵਰਤਦੀਆਂ ਰਹਿੰਦੀਆਂ, ਬਖਸ਼ਿਸ਼ਾਂ ਵਰਤਦੀਆਂ ਰਹਿੰਦੀਆਂ। ਇਹ ਸਦਾ ਹੀ ਉਹਨਾਂ ਦੀ ਹਜ਼ੂਰੀ 'ਚ ਕੰਮ ਹੁੰਦਾ, ਸਦਾ ਰਹਿਮਤਾਂ ਵਰਤਦੀਆਂ। ਸੰਗਤ ਜੀ ਕੱਲੇ ਗੁਰੂ ਅਰਜਨ ਦੇਵ ਜੀ ਦੀ ਗੱਲ ਨਾ ਕਰੀਏ, ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਾਂ। ਭਾਈ ਲੱਦਾ ਜੀ ਕਹਿੰਦੇ ਮੈਂ ਵੇਖ ਕੇ ਆਇਆ ਗੁਰੂ ਦੀ ਹਜ਼ੂਰੀ 'ਚ ਸਦਾ ਰਹਿਮਤਾਂ ਹੀ ਵਰਤਦੀਆਂ ਰਹਿੰਦੀਆਂ ਨੇ ਜੀ। ਤੇ ਜੋੜੋ ਹੱਥ ਸਾਰੇ ਪਿਆਰ ਨਾਲ, ਹੈ ਇਕਾਗਰਤਾ ਬਣਾਓ, ਹੱਥ ਜੋੜੋ, ਬਹੁਤ ਪ੍ਰੇਮ ਨਾਲ ਕਹੋ ਵਾਹਿਗੁਰੂ ਵਾਹਿਗੁਰੂ। ਇੱਥੇ ਵੀ ਸਦਾ ਰਹਿਮਤਾਂ ਵਰਸਦੀਆਂ ਜੀ। ਹਾਂਜੀ, ਗੁਣ ਅਨਗਨ ਕਿਆ ਗਿਣਤੀ ਭਨ ਹੋ। ਕਹਿਣ ਲੱਗੇ ਵੀ ਅਣਗਿਣਤ ਗੁਣ ਨੇ ਗੁਰੂ ਅਰਜਨ ਦੇਵ ਜੀ ਵਿੱਚ, ਕੀ ਮੈਂ ਗਿਣਤੀ ਕਰਕੇ ਤੁਹਾਨੂੰ ਦੱਸਾਂ। ਹਾਂਜੀ,
ਇੱਕ ਗੁਣ ਪਿਖ ਮੈਂ ਹੋਏ ਬਲਿਹਾਰ। ਇੱਕ ਇੱਕ ਗੁਣ ਵੇਖ ਕੇ ਮੈਂ ਬਲਿਹਾਰ ਹੀ ਜਾ ਸਕਦਾ। ਕਹਿਣ ਲੱਗੇ ਮੇਰੇ ਗੁਰੂ ਜੀ ਵਿੱਚ ਇੰਨੇ ਗੁਣ, ਜੇ ਮੈਂ ਬੋਲੀ ਦੀ ਗੱਲ ਕਰਾਂ, ਬੋਲੀ ਬਹੁਤ ਵਧੀਆ, ਉਹਨਾਂ ਦੀ ਬੋਲੀ ਤੋਂ ਬਲਿਹਾਰ ਜਾਈਏ। ਕਿਹੜੇ ਕਿਹੜੇ ਗੁਣ ਦੱਸਾਂ ਮੈਂ ਤੁਹਾਨੂੰ? ਹਾਂਜੀ, ਧਨ ਤੇ ਤਨ ਤੇ ਮਨ ਤੇ ਦਿਨ ਪ੍ਰਤ। ਸੁਣ ਲੋ, ਸਰੀਰ ਕਰਕੇ, ਮਾਇਆ ਕਰਕੇ, ਮਨੋ ਕਰਕੇ, ਦਿਨੋਂ ਦਿਨ। ਹਾਂਜੀ, ਕਰੁਣਾ ਕਲਤ ਕਰਤ ਉਪਕਾਰ। ਕਰੁਣਾ ਕਲਤ ਕਰਤ ਉਪਕਾਰ। ਕਹਿੰਦੇ ਗੁਰੂ ਅਰਜਨ ਦੇਵ ਜੀ ਮੇਰਾ ਹੀ ਕਰੀ ਜਾਂਦੇ ਨੇ, ਤਨ ਕਰਕੇ ਵੀ, ਮਨ ਕਰਕੇ ਵੀ, ਤੇ ਧਨ ਕਰਕੇ ਵੀ। ਤੁਸੀਂ ਸੁਣੀ ਸੀ ਨਾ ਗੰਗਾ ਰਾਮ ਦੀ ਸਾਖੀ? ਫਸਲ ਵੇਚਣ ਵਾਸਤੇ ਆਇਆ, ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ, ਗੁਰੂ ਜੀ ਦਾ ਹੀ ਹੋ ਕੇ ਰਹਿ ਗਿਆ ਜੀ। ਉਹ ਜੀ ਕਹਿਣ ਲੱਗਾ ਮਹਾਰਾਜ ਹੁਣ ਨਹੀਂ ਮੈਂ ਕਿਤੇ ਜਾਣਾ। ਗੰਗਾ ਰਾਮ ਜੀ ਨੂੰ ਗੁਰੂ ਸਾਹਿਬ ਨੇ ਬ੍ਰਹਮ ਗਿਆਨੀ ਬਣਾਇਆ ਜੀ, ਕਿਤੇ ਛੋਟੀ ਗੱਲ ਹੈਗੀ ਜੀ ਇਹ। ਕਹਿਣ ਲੱਗੇ ਮਹਾਰਾਜ ਹਰ ਰੋਜ਼ ਕਿਰਪਾ ਕਰੀ ਜਾਂਦੇ, ਬਖਸ਼ਿਸ਼ਾਂ ਹੀ ਕਰੀ ਜਾਂਦੇ। ਇਹ ਭਾਈ ਲੱਦਾ ਜੀ ਸੰਗਤ ਨੂੰ ਕਹਿ ਰਹੇ ਜੀ। ਹਾਂਜੀ, ਪ੍ਰਥਮ ਸੁਦਾਸਰ ਸਿਰਜਿਓ ਸੁੰਦਰ। ਕਹਿਣ ਲੱਗੇ ਸੁਣੋ, ਸਭ ਤੋਂ ਪਹਿਲਾਂ ਤੇ ਮਹਾਰਾਜ ਨੇ ਅੰਮ੍ਰਿਤ ਸਰੋਵਰ ਬਣਵਾਇਆ। ਕਹਿਣ ਲੱਗੇ ਹਾਂਜੀ, ਸ਼ੋਭਤ ਚੌਦਿਸ਼ ਤੇ ਇੱਕ ਸਾਰ। ਜਿਹੜਾ ਸਰੋਵਰ ਚਾਰੇ ਪਾਸਿਓਂ ਬਰਾਬਰ ਹੈ, ਬਹੁਤ ਫੱਬਦਾ, ਬਹੁਤ ਸੁੰਦਰ ਸਰੋਵਰ ਬਣਾਇਆ ਮਹਾਰਾਜ ਨੇ। ਹਾਂਜੀ, ਕਲਮਲ ਟਾਰ ਹੈ ਮੱਜਨ ਧਾਰ ਹੈ। ਜਿਸ ਸਰੋਵਰ ਵਿੱਚ ਇਸ਼ਨਾਨ ਕਰਕੇ ਮਨੁੱਖ ਦੇ ਪਾਪ ਦੂਰ ਹੋ ਜਾਂਦੇ, ਐਸਾ ਸਰੋਵਰ ਮਹਾਰਾਜ ਨੇ ਆਪਣੀ ਨਗਰੀ ਵਿੱਚ ਬਣਾਇਆ। ਹਾਂਜੀ, ਨਾਮ ਉਚਾਰ ਹੈ ਸੰਜ ਸਕਾਰ। ਤੇ ਸਵੇਰੇ ਸ਼ਾਮ ਜਿੱਥੇ ਬੈਠ ਕੇ ਸ੍ਰੀ ਪਰਮੇਸ਼ਰ ਦਾ ਨਾਮ ਉਚਾਰਿਆ ਜਾਂਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਸ ਦੀਆਂ ਸਿਫਤਾਂ ਕਹਿਣ ਸੁਣਨ ਤੋਂ ਪਰਾਂ ਨੇ। ਹਾਂਜੀ, ਅਬ ਸ਼੍ਰੀ ਨਾਨਕ ਆਦ ਜੇ ਬਾਣੀ। ਵਿੱਚ ਹਰ ਮੰਦਰ ਬਣਾਇਆ। ਕਹਿਣ ਲੱਗੇ ਤੇ ਹੁਣ ਅੱਜ ਕੱਲ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਵਧੀਆ ਕੰਮ ਕਰ ਰਹੇ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਬਾਕੀ ਗੁਰੂਆਂ ਦੀ ਜਿਹੜੀ ਬਾਣੀ ਹੈ। ਹਾਂਜੀ, ਅਨਕ ਜਤਨ ਤੇ ਕਰ ਇੱਕ ਥਾਏ। ਅਨਕ ਜਤਨ ਤੇ ਕਰ ਇੱਕ ਥਾਏ। ਬੜੇ ਯਤਨ ਕਰਕੇ ਮਹਾਰਾਜ ਨੇ ਸਾਰੀ ਬਾਣੀ ਇਕੱਠੀ ਕਰ ਦਿੱਤੀ ਹੈ। ਬੜਾ ਪਰਉਪਕਾਰ ਕੀਤਾ ਮਹਾਰਾਜ ਨੇ। ਹਾਂਜੀ, ਤੇ ਸਹਿ ਮਿਲਾਏ ਸ਼ਬਦ ਸਮੁਦਾਇ। ਕਹਿਣ ਲੱਗੇ ਫਿਰ ਉਹਨੂੰ ਮਿਲਾ ਕੇ ਸ਼ਬਦਾਂ ਦਾ ਇਕੱਠ ਕਰ ਦਿੱਤਾ ਮਹਾਰਾਜ ਨੇ। ਹਾਂਜੀ, ਜੇ ਰਚਿਤ ਰੁਚਿਰ ਨਿਤ ਪ੍ਰਤ ਸਮੁਦਾਇ। ਜੇ ਰਚਿਤ ਰੁਚਰ ਨਿਤ ਪ੍ਰਤ ਸੁਖਦਾਏ। ਬਹੁਤ ਸੁੰਦਰ ਸੁਖ ਦੇਣ ਵਾਲੇ ਗ੍ਰੰਥ ਸਾਹਿਬ ਜੀ ਬਣਾ ਰਹੇ ਨੇ ਮਹਾਰਾਜ। ਹਾਂਜੀ, ਠਟਿਓ ਚਹਿਤ ਹੈ ਬੀੜ ਬਡੇਰੀ। ਵੱਡੀ ਬੀੜ ਬਣਾ ਰਹੇ ਮਹਾਰਾਜ, ਵੱਡਾ ਸਰੂਪ ਬਣਾ ਰਹੇ ਹੈ। ਹਾਂਜੀ, ਬਨਹ ਗ੍ਰੰਥ ਸਾਹਿਬ ਸ਼ਬ ਪਾਏ। ਉਹ ਗ੍ਰੰਥ ਸਾਹਿਬ ਜਦੋਂ ਬਣ ਗਏ ਬਹੁਤ ਸੁੰਦਰ ਲੱਗਣਗੇ। ਹਾਂਜੀ, ਆਪ ਅਛਤ ਅਰ ਪਾਲੇ ਕਲਮ ਹੈ। ਆਪ ਅਛਤ ਕਰ ਅਰ ਪਾਛੇ ਕਲਮ ਹੈ। ਆਪਣੇ ਹੁੰਦਿਆਂ ਤੇ ਆਪਣੇ ਸਰੀਰ ਤਿਆਗਣ ਤੋਂ ਬਾਅਦ। ਹਾਂਜੀ, ਜਿਸ ਕੋ ਪਠ ਸੁਨ ਮੋਹਿ ਨ ਸਾਏ। ਉਸ ਗ੍ਰੰਥ ਸਾਹਿਬ ਨੂੰ ਸਿੱਖ ਪੜਿਆ ਕਰਨਗੇ, ਮੋਹ ਦੂਰ ਹੋਇਆ ਕਰੇਗਾ, ਵਕਾਰ ਦੂਰ ਹੋਇਆ ਕਰਨਗੇ। ਗੁਰੂ ਅਰਜਨ ਦੇਵ ਜੀ ਜੁਗਾਂ ਜੁਗਾਂ ਤੱਕ ਸਾਡਾ ਭਲਾ ਸੋਚ ਰਹੇ ਨੇ। ਕੌਣ ਕਹਿ ਰਿਹਾ ਜੀ? ਹਾਂਜੀ, ਆ ਸੁਣ ਨਹੀਂ ਰਹੇ ਤੁਸੀਂ ਕਥਾ? ਤਾਈਆਂ ਤੇ ਕੋਈ ਬੋਲ ਕੇ ਦੱਸਣ ਨਹੀਂ ਦਿਆ ਜੀ। ਭਾਈ ਲੱਦਾ ਜੀ ਦੱਸ ਰਹੇ ਹੈ। ਕਿਹਨਾਂ ਨੂੰ ਦੱਸ ਰਹੇ ਹੈ? ਲਾਹੌਰ ਦੀ ਸੰਗਤ ਨੂੰ ਦੱਸ ਰਹੇ ਹੈ। ਕਹਿਣ ਲੱਗੇ ਜੁਗਾਂ ਜੁਗਾਂ ਤੱਕ ਸਾਡਾ ਭਲਾ ਸੋਚ ਰਹੇ ਹੈ ਮਹਾਰਾਜ, ਜੁਗਾਂ ਜੁਗਾਂ ਤੱਕ ਦਾ। ਹਾਂਜੀ, ਗਾਡੀ ਮੱਗ ਸਿੱਖੀ ਬਿਸਤਾਰੀ। ਔਖੇ ਰਾਹ ਵਾਲੀ ਸਿੱਖੀ ਨੂੰ ਸੌਖੇ ਰਾਹ ਵਿੱਚ ਬਦਲ ਰਹੇ ਨੇ, ਭਲਾ ਕਰਨ ਵਾਸਤੇ। ਹਾਂਜੀ, ਮਨੋ ਨਿਸ਼ਾਨ ਤੁੰਗ ਛਬ ਧਾਰ। ਕਹਿਣ ਲੱਗੇ ਮਨੋ ਨਿਸ਼ਾਨ ਤੁੰਗ ਛਬ ਧਾਰ। ਮਾਨੋ ਬਹੁਤ ਵੱਡਾ ਨਿਸ਼ਾਨ ਸਾਹਿਬ ਇੱਕ ਝੁਲਾ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਜੀ। ਸਦਾ ਹੀ ਝੂਲਦਾ ਰਹੇਗਾ ਜਿਹੜਾ ਜੀ, ਜਿਹੜਾ ਜੁਗੋ ਜੁਗ ਟਲ ਹੈ।
ਹਾਂਜੀ। ਪਠਤ ਸੁਨਤ ਮਨ ਦ੍ਰਵਤ ਸੁਚਿਤ ਹੋਏ। ਕਹਿਣ ਲੱਗੇ ਜਿਸ ਨੂੰ ਪੜ੍ਹਿਆ ਸੁਣਿਆ ਮਨ ਸੁੱਚਾ ਹੋਏਗਾ ਬੰਦੇ ਦਾ ਜੀ। ਅੱਜ ਕੇ ਆਖੋ ਸੰਗਤ ਜੀ, ਜਿੰਨਾ ਚਿਰ ਤੱਕ ਪ੍ਰੇਮ ਨਾਲ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਾ ਰਹੇ ਨਾ, ਉਹਨਾਂ ਚਿਰ ਤੱਕ ਤੇ ਵਿਕਾਰ ਅਸਰ ਨਹੀਂ ਕਰਦੇ ਜੀ। ਮਨ ਦਰਵੀ ਭੂਤ ਹੋਏਗਾ, ਕਹਿਣ ਲੱਗੇ ਮਨ ਸੁੱਚਾ ਹੋਏਗਾ। ਹਾਂਜੀ। ਸ਼ੁਭ ਕਲਿਆਣ ਬਤਾਏ ਸੁਖਾਰ। ਜਿਸ ਵਿੱਚ ਸ਼ੁਭ ਕਲਿਆਣ ਦਾ ਰਸਤਾ ਹੈਗਾ ਜੀ, ਬੰਦੇ ਦੀ ਭਲਾ ਕਿਵੇਂ ਹੋਏਗਾ, ਗਤੀ ਕਿਵੇਂ ਹੋਏਗੀ, ਐਸਾ ਗ੍ਰੰਥ ਸਾਹਿਬ ਮਹਾਰਾਜ ਤਿਆਰ ਕਰ ਰਹੇ ਹਨ। ਸਿੱਖ ਸਿਮਰ ਸਤ ਨਾਮ ਸੁਖਾਰੇ। ਕਹਿਣ ਲੱਗੇ ਸਿੱਖ ਪੜਿਆ ਕਰਨਗੇ, ਪੜ ਕੇ ਸਤਨਾਮ ਸ੍ਰੀ ਜਪਿਆ ਕਰਨਗੇ। ਕਹਿਣ ਲੱਗੇ ਹਾਂਜੀ। ਸਕਲ ਸੁਖਨ ਲਹਿ ਸ਼੍ਰੇਯ ਉਦਾਰ। ਸੁਖ ਪ੍ਰਾਪਤ ਕਰਨਗੇ, ਬਹੁਤ ਸੁਖ ਮਿਲੇਗਾ ਉਹਨਾਂ ਵਿੱਚੋਂ। ਹਾਂਜੀ। ਕਰਾਮਾਤ ਜ਼ਾਹਰ ਜਿਮ ਮਹਿਨਿਤ। ਤੇ ਭਾਈ ਲੱਦਾ ਜੀ ਬ੍ਰਹਮ ਗਿਆਨੀ ਹੈ ਨਾ, ਤੇ ਭਾਈ ਲੱਦਾ ਜੀ ਨੂੰ ਪਤਾ ਵੀ ਹੈ। ਕਹਿਣ ਲੱਗੇ ਲਾਹੌਰ ਦੀ ਸੰਗਤ ਨੂੰ, ਕਹਿੰਦੇ ਵੇਖਿਓ ਗ੍ਰੰਥ ਸਾਹਿਬ ਜੀ ਵਿੱਚ ਕਰਾਮਾਤ ਵੀ ਵਰਤਿਆ ਕਰੇਗੀ ਜੀ। ਸੰਗਤ ਜੀ ਇਕੱਲੇ ਕੋਈ ਗਿਆਨ ਰੂਪ ਥੋੜ੍ਹੀ ਹੈ ਜੀ, ਗੁਰੂ ਗ੍ਰੰਥ ਸਾਹਿਬ ਬੜੀਆਂ ਬੜੀਆਂ ਕਰਾਮਾਤਾਂ ਵੀ ਕਰ ਦਿੰਦੇ ਨੇ ਜੀ, ਬੜੀਆਂ ਬੜੀਆਂ ਬਖਸ਼ਿਸ਼ਾਂ ਵਰਤਾ ਦਿੰਦੇ ਨੇ ਜੀ। ਹਾਜ਼ਰਾ ਹਜੂਰ ਨੇ, ਜ਼ਾਹਰਾ ਜ਼ਹੂਰ ਨੇ, ਸਰਬ ਕਲਾ ਭਰਪੂਰ ਨੇ। ਹਾਂਜੀ। ਕਰਤ ਗੁਰੂ ਅਬ ਇਹ ਉਪਕਾਰ। ਅੱਜ ਕੱਲ ਗੁਰੂ ਅਰਜਨ ਦੇਵ ਸਾਹਿਬ ਇਹ ਪਰ ਉਪਕਾਰ ਕਰ ਰਹੇ ਨੇ, ਮਹਾਨ ਗ੍ਰੰਥ ਸਾਹਿਬ ਬਣਾ ਰਹੇ ਨੇ। ਹਾਂਜੀ। ਭਗਤ ਬਰਿੰਦ ਆਵਤ ਨਿਤ ਪ੍ਰਤ ਟੇਕ। ਭਾਈ ਲੱਦਾ ਜੀ ਕਹਿੰਦੇ ਮੈਂ ਸੁਣਿਆ ਹਰ ਰੋਜ਼ ਭਗਤ ਵੀ ਉਹਨਾਂ ਦੇ ਕੋਲ ਆਉਂਦੇ ਨੇ। ਉਹ ਭਗਤ ਆਉਂਦੇ ਜਿਹੜੇ ਸਰੀਰ ਪਹਿਲਾਂ ਤਿਆਗ ਚੁੱਕੇ ਨੇ। ਹਾਂਜੀ। ਸੋ ਬਾਣੀ ਨਿਜ ਨਾਈ ਬਣਾਏ। ਸੋ ਬਾਣੀ ਨਿਜ ਨਈ ਬਣਾਏ। ਉਹ ਨਿਤ ਨਵੀਂ ਬਾਣੀ ਬਣਾ ਕੇ ਤੇ ਮਹਾਰਾਜ ਨੂੰ ਸੁਣਾਉਂਦੇ ਆ। ਉਹ ਬਾਣੀ ਮਹਾਰਾਜ ਗ੍ਰੰਥ ਸਾਹਿਬ ਵਿੱਚ ਲਿਖਦੇ ਆ। ਬਾਬਾ ਲੱਦਾ ਜੀ ਕਹਿੰਦੇ ਉੱਥੇ ਭਗਤ ਫਰੀਦ ਜੀ ਵੀ ਆਉਂਦੇ ਆ, ਉੱਥੇ ਭਗਤ ਕਬੀਰ ਜੀ ਆਉਂਦੇ, ਉੱਥੇ ਨਾਮਦੇਵ, ਜੈਦੇਵ, ਤ੍ਰਿਲੋਚਨ, ਸਦਨਾ ਜੀ ਬੜੇ ਭਗਤ ਆਉਂਦੇ ਨੇ। ਹਾਂਜੀ। ਪ੍ਰਥਮ ਸ਼ਬਦ ਵਿੱਚ ਰਾਗ ਗੁਰਨ ਕੇ। ਹਾਂਜੀ। ਪੀਛੇ ਭਗਤ ਆਪਨ ਲਿਵ ਲਾਏ। ਪਹਿਲਾਂ ਰਾਗ ਲਿਖਦੇ, ਰਾਗ ਚ ਪਹਿਲਾਂ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਤੇ ਆਪਣੀ ਬਾਣੀ ਲਿਖਦੇ ਆ। ਫਿਰ ਭਗਤਾਂ ਦੀ ਬਾਣੀ ਲਿਖਦੇ ਮਹਾਰਾਜ। ਹਾਂਜੀ। ਲਿਖਿਓ ਗਇਓ ਬਹੁਤ ਤਨਕ ਰਹਿਓ ਆਬ। ਬਸ ਬਹੁਤ ਸਾਰਾ ਲਿਖਿਆ ਗਿਆ ਹੈ, ਅੰਦਾਜ਼ਾ ਹੈ ਕਿ ਥੋੜੀ ਲਿਖਵਾਈ ਹੋਰ ਰਹਿ ਗਈ ਹੈ। ਹਾਂਜੀ। ਇਸੀ ਖਿਆਲ ਮਹਿ ਗੁਰ ਬਿਰਮਾਏ। ਬਸ ਅੱਜ ਕੱਲ ਇਸੇ ਖਿਆਲ ਵਿੱਚ ਮਹਾਰਾਜ ਪਰਚ ਰਹੇ ਹੈ। ਅੱਜ ਕੱਲ ਇਸੇ ਖਿਆਲ ਵਿੱਚ ਮਹਾਰਾਜ ਸਿੱਖਾਂ ਦਾ ਭਲਾ ਕਰ ਰਹੇ ਹੈ। ਜੁਗੋ ਜੁਗ ਅਟਲ ਸਦਾ ਰਹਿਣ ਵਾਲੀ ਬਾਣੀ ਨੂੰ ਲਿਖਾ ਰਹੇ ਹੈ। ਹਾਂਜੀ। ਪੁਰ ਮਹਿ ਲੱਦੇ ਸਕਲ ਸੁਨਾਈ। ਲਾਹੌਰ ਵਿੱਚ ਆ ਕੇ ਭਾਈ ਲੱਦਾ ਜੀ ਨੇ ਸਾਰੀ ਗੱਲ ਹੀ ਦੱਸੀ ਸਿੱਖ ਸੰਗਤਾਂ ਨੂੰ। ਹਾਂਜੀ। ਸੁਨ ਜਹ ਕਹਿ ਭੀ ਬਿਦਤਾਏ। ਗੱਲ ਇੱਕ ਤੋਂ ਦੂਜੇ ਕੋਲ, ਦੂਜੇ ਕੋ ਤੀਜੇ ਕੋਲ, ਤੀਜੇ ਕੋ ਚੌਥੇ ਤੱਕ ਸਾਰੇ ਲਾਹੌਰ ਵਿੱਚ ਹੀ ਇਹ ਗੱਲ ਫੈਲ ਗਈ ਜੀ। ਕੀ ਫੈਲੀ ਜੀ? ਮਹਾਰਾਜ ਬਾਣੀ ਲਿਖਵਾ ਰਹੇ ਸੱਚੇ ਪਾਤਸ਼ਾਹ। ਹਾਂਜੀ। ਲਾਪੁਰ ਤਿਸੀ ਸਮੇਂ ਮਹਿ ਹੋਤੇ। ਉਸੇ ਦਿਨਾਂ, ਉਹਨਾਂ ਦਿਨਾਂ ਵਿੱਚ ਹੀ ਲਾਹੌਰ ਦੇ ਵਿੱਚ ਚਤੁਰ ਭਗਤ ਸ਼ੁਭ ਪੰਥ ਮਝਾਰ। 4 ਭਗਤ ਵੀ ਰਹਿੰਦੇ ਆ ਜੀ। ਗੱਜ ਕੇ ਆਖੋ, ਜਿਹੜੇ ਰੱਬ ਦੀ ਭਗਤੀ ਕਰਨ ਦਾ ਦਾਅਵਾ ਕਰਦੇ ਆ ਜੀ, ਵੀ ਅਸੀਂ ਵੀ ਭਗਤ ਹੈਗੇ ਆ ਰੱਬ ਦੇ ਜੀ। ਹਾਂਜੀ। ਇੱਕ ਕਾਨਾ ਛੱਜੂ ਕਹਿ ਦੂਜੋ। ਸ਼ਾਹੇ ਹੁਸੈਨ ਸੋ ਪੀਲੋ ਚਾਰ। ਉਹ ਇੱਕ ਕੌਣ ਹੈ? ਇੱਕ ਹੈ ਭਾਈ ਕਾਨਾ ਜੀ, ਭਗਤ ਕਾਨਾ। ਇੱਕ ਹੈ ਭਗਤ ਛੱਜੂ, ਇੱਕ ਹੈ ਸ਼ਾਹ ਹੁਸੈਨ, ਇੱਕ ਹੈ ਪੀਲੋ ਭਗਤ। ਹਾਂਜੀ। ਬਿਥਰਿਓ ਗੁਰਬਿਰ ਤਾਂਤ ਨਗਰ ਮਹਿ। ਕਹਿਣ ਲੱਗੇ ਇਹ ਗੱਲ ਉਹਨਾਂ ਤੱਕ ਵੀ ਪਹੁੰਚੀ ਜੀ। ਹਾਂਜੀ। ਇਹਨੇ ਸੁਣਿਓ ਤਬ ਸਰਬ ਪ੍ਰਕਾਰ। ਇਹਨਾਂ 4 ਨੇ ਵੀ ਸੁਣ ਲਿਆ, ਕਾਨਾ, ਛੱਜੋ ਤੇ ਸ਼ਾਹ ਹੁਸੈਨ ਤੇ ਪੀਲੂ। ਇਹਨਾਂ ਨੂੰ ਵੀ ਪਤਾ ਲੱਗ ਗਿਆ ਜੀ ਸਾਰੀ ਗੱਲ ਦਾ।
ਹਾਂਜੀ। ਭਗਤਨ ਬਾਣੀ ਲਿਖੀ ਗ੍ਰੰਥ ਮਹਿ। ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਲਿਖਵਾ ਰਹੇ ਨੇ। ਹਾਂਜੀ। ਇਮ ਸੁਨ ਇਨਕੈ ਛੋਭ ਉਦਾਰ। ਇਹਨਾਂ ਨੂੰ ਥੋੜਾ ਗੁੱਸਾ ਚੜਿਆ ਜੀ, ਅੱਜ ਕੇ ਆਖੋ ਵੀ ਅਸੀਂ ਵੀ ਭਗਤ ਹੈਗੇ ਆ, ਸਾਡੀ ਤੇ ਬਾਣੀ ਲਿਖ ਹੀ ਨਹੀਂ ਰਹੇ ਜੀ। ਹਾਂਜੀ। ਸ਼੍ਰੀ ਨਾਨਕ ਗਾਦੀ ਪਰ ਬੈਠੇ। ਇਹਨਾਂ ਸੁਣਿਆ ਵੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠੇ ਨੇ। ਹਾਂਜੀ। ਸ਼੍ਰੀ ਅਰਜਨ ਪ੍ਰਤਾਪ ਮਹਾਨ। ਮਹਾਨ ਪ੍ਰਤਾਪ ਹੈ, ਬੜੇ ਸੁਮਤਵਾਨ ਨੇ, ਬੜੇ ਕਮਾਲ ਦੇ ਨੇ, ਬੜੇ ਧੀਰਜ ਵਾਲੇ ਨੇ। ਸਾਰੇ ਉਹਨਾਂ ਦੇ ਗੁਣ ਕਹਿੰਦੇ ਐ। ਇਹਨੇ ਭਗਤਾਂ ਨੂੰ ਸੱਦਿਆ, ਸਾਨੂੰ ਤੇ ਸੱਦਿਆ ਹੀ ਨਹੀਂ ਇਹਨਾਂ ਨੇ। ਹਾਂਜੀ। ਇੱਕ ਦਿਨ ਚਾਰੋਂ ਮਿਲੇ ਪਰਸ ਪਰ। ਇੱਕ ਦਿਨ ਚਾਰੇ ਹੀ ਇਹ ਭਗਤ ਇਕੱਠੇ ਹੋਏ ਜੀ, ਕਾਨਾ, ਛੱਜੋ, ਪੀਲੋ ਤੇ ਸ਼ਾਹ ਹੁਸੈਨ। ਹਾਂਜੀ। ਇਸ ਬਿਰਤਾਂਤ ਹਿਤ ਕਰਤ ਉਦਾਰ। ਤੇ ਸਾਰੇ ਆਪਸ ਵਿੱਚ ਇਕੱਠੇ ਹੋ ਕੇ ਮੀਟਿੰਗ ਕਰਨ ਲੱਗੇ। ਬਨਿਓ ਗ੍ਰੰਥ ਸਾਹਿਬ ਪਰਮਾਰਥ। ਪਰਮਾਰਥ ਵਾਸਤੇ ਗ੍ਰੰਥ ਸਾਹਿਬ ਬਣ ਰਹੇ ਨੇ। ਹਾਂਜੀ। ਗਿਣੇ ਗਏ ਜੇ ਭਗਤ ਉਦਾਰ। ਕੁਝ ਗਿਣੇ ਹੋਏ ਭਗਤ ਜਿਹੜੇ ਰੱਬ ਦੇ ਭਗਤ ਸੰਸਾਰ 'ਚ ਮੰਨੇ ਪਰਮੰਨੇ ਨੇ, ਉਹਨਾਂ ਦੀ ਬਾਣੀ ਉਹਨਾਂ ਵਿੱਚ ਦਰਜ ਹੋ ਰਹੀ ਹੈ। ਹਾਂਜੀ। ਸਗਲ ਜਗਤ ਮਹਿ ਇਹ ਬਿਸਤੀ ਰਹਿ। ਤੇ ਪਤਾ ਸੀਗਾ ਜੀ ਰੱਬ ਦੇ ਨਾਮ ਜਪਣ ਵਾਲੇ ਸਨ, ਪਹੁੰਚ ਵਾਲੇ ਸਨ, ਤੇ ਉਹਨਾਂ ਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ 'ਚ ਸਾਰੀ ਦੁਨੀਆ ਵਿੱਚ ਉਹ ਗ੍ਰੰਥ ਸਾਹਿਬ ਜਾਣੇ ਆ। ਹਾਂਜੀ। ਜਿਮ ਸਿੱਖੀ ਜਹ ਕਹਿ ਬਿਸਤਾਰ। ਬਹੁਤ ਵਿਸਥਾਰ ਹੋਣਾ ਉਹਨਾਂ ਦਾ। ਹਾਂਜੀ। ਹਮਰੋ ਨਾਮ ਲਿਖਿਓ ਨਹਿ ਜੇਤਹ। ਤੇ ਜੇ ਉਸ ਗ੍ਰੰਥ ਸਾਹਿਬ 'ਚ ਸਾਡਾ ਨਾਮ ਲਿਖਿਆ, ਹਾਂਜੀ, ਬਿਦਤਹ ਨਹਿ ਪਾਛੇ ਸੰਸਾਰ। ਗੱਜ ਕੇ ਆਖੋ ਸਾਨੂੰ ਤੇ ਕੋਈ ਜਾਣੇਗਾ ਹੀ ਨਹੀਂ ਸੰਸਾਰ ਵਿੱਚ, ਸਾਨੂੰ ਤੇ ਕੋਈ ਨਹੀਂ ਜਾਣੇਗਾ ਸੰਸਾਰ 'ਚ। ਇਹ ਉਹਨਾਂ ਦੇ ਮਨ 'ਚ ਫੁਰਨਾ, ਇਹ ਵੀ ਫੁਰਨਾ ਚਲੋ ਭਗਤੀ ਵਾਲੇ ਆ, ਪਰ ਇਹ ਫੁਰਨਾ ਇੰਨਾ ਵਧੀਆ ਨਹੀਂ ਹੈਗਾ ਜੀ ਉਹਨਾਂ ਦਾ ਜੀ। ਹਾਂਜੀ। ਰੱਬ ਦੇ ਭਗਤ ਤੇ ਛੁਪਦੇ ਆ, ਪ੍ਰਗਟ ਨਹੀਂ ਹੁੰਦੇ ਜੀ। ਪ੍ਰਗਟ ਰੱਬ ਉਹਨਾਂ ਨੂੰ ਕਰਦਾ ਹੈ, ਬੰਦਾ ਆਪ ਨਾ ਪ੍ਰਗਟ ਹੋਣ ਦਾ ਯਤਨ ਕਰੇ। ਇਹ ਕਹਿੰਦੇ ਸਾਡਾ ਨਾਮ ਰਹਿਣਾ ਚਾਹੀਦਾ ਦੁਨੀਆ ਵਿੱਚ। ਹਾਂਜੀ। ਇਸ ਕੋ ਯਤਨ ਕਰੋ ਜਿਮ ਹੋਵਹਿ। ਵਿਚਾਰ ਕਰਦੇ ਵੀ ਕੋਈ ਯਤਨ ਕਰੀਏ, ਅਸੀਂ ਵੀ ਬਾਣੀ ਲਿਖਵਾਈਏ ਜਾ ਕੇ। ਹਾਂਜੀ। ਆਪਣੇ ਸ਼ਬਦ ਲਿਖਾਵੋ ਤਾਹੇ। ਅਸੀਂ ਵੀ ਆਪਣੀ ਬਾਣੀ ਲਿਖਵਾਈਏ। ਫਰਕ ਇੰਨਾ ਹੀ ਹੈ, ਇਹ ਆਪਣੇ ਸ਼ਬਦ ਕਹਿ ਰਹੇ ਆ, ਉਹ ਭਗਤ ਧੁਰ ਕੀ ਬਾਣੀ ਲਿਖਵਾ ਰਹੇ ਆ ਜੀ। ਇਹ ਫਰਕ ਹੈ ਜੀ, ਇਹ ਇਹਨਾਂ ਦੇ ਆਪਣੇ ਨੇ ਜੀ। ਹਾਂਜੀ। ਕਾਨੇ ਪਨਿਓ ਕੌਣ ਸੁਧ ਲਿਆਇਓ। ਭਗਤ ਕਾਨਾ ਜੀ ਕਹਿਣ ਲੱਗੇ ਵੀ ਪਹਿਲਾਂ ਦੱਸੋ ਵੀ ਇਹ ਖਬਰ ਲਿਆਂਦੀ ਕਿੰਨੇ ਆ ਵੀ ਮਹਾਰਾਜ ਗ੍ਰੰਥ ਲਿਖ ਰਹੇ ਨੇ। ਹਾਂਜੀ। ਪ੍ਰਥਮੇ ਨਿਰਣੈ ਕਰ ਲਹਿ ਤਾਹੇ। ਪਹਿਲਾਂ ਉਸ ਬੰਦੇ ਨੂੰ ਪੁੱਛਿਆ ਜਾਵੇ ਸਾਰੀ ਗੱਲ। ਹਾਂਜੀ। ਕਹਿ ਪੀਲੋ ਲੱਦਾ ਸਿੱਖ ਇੱਕ ਹੈ। ਤੇ ਭਾਈ ਪੀਲੋ, ਭਗਤ ਪੀਲੂ, ਪੀਲੋ ਵੀ ਨਾਮ ਹੈ, ਪੀਲੂ ਵੀ ਨਾਮ ਹੈ। ਉਹ ਕਹਿਣ ਲੱਗੇ ਲੱਦੇ ਨਾਮ ਦਾ ਇੱਕ ਸਿੱਖ ਹੈ। ਹਾਂਜੀ। ਗਾ ਉਪਕਾਰ ਹੇਤ ਗੁਰ ਪਾਹੇ। ਉਹ ਉਪਕਾਰ ਕਰਨ ਵਾਸਤੇ ਗੁਰੂ ਜੀ ਦੇ ਚਰਨਾਂ ਵਿੱਚ ਗਿਆ ਸੀ। ਹਾਂਜੀ। ਤਿਸਨੇ ਦੇਖਤ ਸੁਨਿਓ ਪ੍ਰਸੰਗ ਇਹ। ਉਹਨੇ ਇਹ ਆਪਣੀਆਂ ਅੱਖਾਂ ਨਾਲ ਵੇਖਿਆ ਵੀ ਹੈ ਤੇ ਸੁਣਿਆ ਵੀ ਹੈ। ਹਾਂਜੀ। ਨਿਸ਼ਚੈ ਕੀਨਸ ਮਿਥਿਆ ਨਾਹੀ। ਤੇ ਇਹ ਜੋ ਮੈਂ ਕਹਿ ਰਿਹਾ ਨਾ, ਇਹ ਸੱਚ ਕਹਿ ਰਿਹਾ, ਝੂਠ ਨਹੀਂ ਹੈਗਾ। ਭਗਤ ਆਪਸ ਵਿੱਚ ਵਿਚਾਰ ਕਰਦੇ, ਮੀਟਿੰਗ ਕਰਦੇ ਜੀ। ਹਾਂਜੀ। ਸ਼ਾਹ ਹੁਸੈਨ ਪਨਿਓ ਤੇ ਸਿੱਖ ਕੋ ਬੂਝੋ ਆਪਨ ਹਦੂਰ ਬੁਲਾਏ। ਤੇ ਸ਼ਾਹ ਹੁਸੈਨ ਜੀ ਫਿਰ ਕਹਿਣ ਲੱਗੇ, ਉਸ ਸਿੱਖ ਨੂੰ ਇੱਥੇ ਸੱਦੋ। ਕਹਿਣ ਲੱਗੇ ਅਸੀਂ ਜਾਣਕਾਰੀ ਲਈਏ ਉਹਦੇ ਕੋਲੋਂ ਸਾਰੀ। ਹਾਂਜੀ। ਬਾਹਰ ਉਪਾਵ ਕਰਹਿ ਜਿਮ ਹੋਵੇ। ਫਿਰ ਜਿਵੇਂ ਜਾਣ ਦਾ ਪ੍ਰਬੰਧ ਹੋਏਗਾ ਉਹ ਕਰਾਂਗੇ। ਹਾਂਜੀ। ਸਰਬ ਪ੍ਰਸੰਗ ਸੁਦੇ ਸੁਨਾਏ। ਹਾਂਜੀ। ਤਬ ਛੱਜੂ ਦੇ ਦਾਸ ਪਠਾਇਓ। ਭਗਤ ਛੱਜੂ ਜੀ ਨੇ ਫਿਰ ਆਪਣਾ ਸੇਵਕ ਭੇਜਿਆ ਜੀ। ਹਾਂਜੀ। ਲੱਦਾ ਕਰਿਓ ਆਵਾਹਨ ਜਾਏ। ਤੇ ਭਾਈ ਲੱਦਾ ਜੀ ਨੂੰ ਸੱਦਿਆ ਗਿਆ ਜੀ। ਹਾਂਜੀ। ਗਮਨਿਓ ਭਗਤਨ ਕੇ ਢਿਗ ਹਰਖਤ। ਗਮਨਿਓ ਭਗਤਨ ਕੇ ਢਿਗ ਹਰਖਤ। ਭਾਈ ਲੱਦਾ ਜੀ ਨੂੰ ਜਦੋਂ ਪਤਾ ਲੱਗਾ ਵੀ ਭਗਤਾਂ ਨੇ ਸੱਦਿਆ, ਭਾਈ ਲੱਦਾ ਜੀ ਧੰਨ ਭਾਗ ਜਾਣ ਕੇ ਭਗਤਾਂ ਦੇ ਕੋਲ ਗਏ ਜੀ। ਹਾਂਜੀ।
ਮਿਲਿਓ ਚਰਨ ਪਰ ਸੀਸ ਨਿਵਾਏ। ਵੇਖ ਲਓ ਭਾਈ ਲੱਦਾ ਜੀ ਨੇ ਉਹਨਾਂ ਨੂੰ ਮੱਥਾ ਟੇਕਿਆ ਜਾ ਕੇ ਜੀ। ਹਾਂਜੀ, ਕਹਿ ਬੱਦਾ ਸਤ ਗੁਰ ਬਾਰਤਾ ਕਿਸ। ਕਹਿਣ ਲੱਗੇ ਕਹੋ ਲੱਦਾ ਸਤ ਗੁਰੂ ਬਾਰਤਾ ਕਿਸ ਪਰਚੇ ਮਹਿ ਦਿਵਸ ਬਹਾਏ। ਲੱਦਿਆ ਦੱਸ ਸੱਚੇ ਪਾਤਸ਼ਾਹ ਅੱਜ ਕੱਲ ਕੀ ਕਰ ਰਹੇ ਨੇ, ਕਹਿਣ ਲੱਗੇ। ਹਾਂਜੀ, ਕਿਆ ਦੇਖਿਓ ਤਹ ਤਹੀ ਜਾਏ ਕਰ, ਸੋ ਹਮ ਕੋ ਸਭ ਦੇਹ ਸੁਨਾਏ। ਸਾਨੂੰ ਸਾਰੀ ਗੱਲ ਦੱਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਤੂੰ ਕੀ ਵੇਖ ਕੇ ਆਇਆ ਹੈ। ਹਾਥ ਜੋੜ ਕਰ ਕਹੀ ਸਮਰਬ ਤਿਨ। ਹੱਥ ਜੋੜ ਕੇ ਫਿਰ ਭਾਈ ਲੱਦਾ ਜੀ ਨੇ ਸਾਰੀ ਗੱਲ ਦੱਸੀ ਹੈ ਅਬਾਨੀ ਕੋ ਰਹੇ ਬਨਾਏ। ਕਿ ਅੱਜ ਕੱਲ ਮਹਾਰਾਜ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਾ ਰਹੇ ਨੇ। ਹਾਂਜੀ, ਰੈਨ ਦਿਨ ਸੋਏ ਇਸ ਤੇ ਤਤ ਪਰ, ਨਾਨਾ ਭਾਤਨ ਸ਼ਬਦ ਲਿਖਾਏ। ਦਿਨ ਰਾਤ ਮਹਾਰਾਜ ਤਤਪਰ ਹੋ ਕੇ ਨਾਨਾ ਤਰ੍ਹਾਂ ਦੇ ਕਈ ਤਰ੍ਹਾਂ ਦੇ ਸ਼ਬਦ ਜਿਹੜੇ ਆ ਉਹ ਲਿਖਵਾ ਰਹੇ ਆ। ਇਹ ਗੱਲ ਹੁਣ ਭਗਤਾਂ ਨੂੰ ਪਤਾ ਲੱਗੀ ਹੈ। ਭਗਤ ਚੱਲ ਕੇ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਣਗੇ, ਜ਼ੋਰ ਪਾਉਣਗੇ ਵੀ ਸਾਡੀ ਬਾਣੀ ਲਿਖੋ। ਪਰ ਚੇਤਾ ਰੱਖਿਓ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਸਾਧ ਸੰਗਤ ਜੀ ਲਿਖਣੀ ਹੈ ਜਿਹੜੀ ਧੁਰ ਕੀ ਬਾਣੀ ਹੈ, ਜਿਨ੍ਹਾਂ ਦੀ ਰਚਨਾ ਤੇ ਧੁਰ ਕੀ ਬਾਣੀ ਆਈ ਹੈ। ਸੋ ਉਹ ਸਾਰੇ ਪ੍ਰਸੰਗ ਆਪਾਂ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਆਓ ਥੋੜਾ ਸਮਾਂ ਗੁਰਮੰਤਰ ਦਾ ਜਾਪ ਕਰ ਲਈਏ, ਫਿਰ ਖਿਮਾ ਮੰਗਾਂਗਾ। ਸਭ ਸੰਗਤ ਪਿਆਰ ਨਾਲ ਗੱਜ ਕੇ ਕਹੋ ਜੀ ਵਾਹਿਗੁਰੂ 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 ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ। ਆਪਾਂ ਵੀ ਸਾਰੇ ਰਲ ਕੇ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਮਹਾਰਾਜ ਆਪ ਜੀ ਨੇ ਸੱਤੇ ਬਲਵੰਡੇ ਨੂੰ ਬਖਸ਼ਿਆ ਤੇ ਮਹਾਰਾਜ ਆਪ ਸਾਡੇ ਤੇ ਵੀ ਕਿਰਪਾ ਕਰੋ। ਸੱਚੇ ਪਾਤਸ਼ਾਹ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਮਹਾਰਾਜ ਰਲਾ ਕੇ ਰੱਖੋ। ਪਿਆਰ ਨਾਲ ਪੰਕਤੀ ਪੜੋ, ਫਿਰ ਖਿਮਾ ਮੰਗੀਏ। ਮੋਹੇ ਗਰੀਬ ਕੋ ਲੈ ਹੋਰ ਲਾਏ, 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 ਮੋਹੇ
ਸੱਚੇ ਪਾਤਸ਼ਾਹ ਮਿਹਰਾਂ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।